Hello students, I am Ramanshu Govin and this is first chapter of class 9 Matter in our surroundings. So ਜੋ ਆਪਾਂ ਚੀਜ਼ਾਂ ਦੇਖਦੇ ਆਪਣੇ ਆਲੇ ਦੁਆਲੇ ਓਕੇ ਉਹ ਸਾਰਾ ਮੈਟਰ ਦੀ ਕੈਟਾਗਰੀ 'ਚ ਆਉਂਦਾ ਵਾ। ਮੈਟਰ 'ਚੋਂ ਹਰ ਚੀਜ਼ ਆਉਂਦੀ ਹੈ ਜਿਹਦਾ ਕੋਈ ਵੇਟ ਹੋਵੇ, ਜਿਹਦੀ ਕੋਈ ਸ਼ੇਪ ਹੋਵੇ ਓਕੇ, ਉਹਨਾਂ ਚੀਜ਼ਾਂ ਨੂੰ ਆਪਾਂ ਕੀ ਕਹਿੰਦੇ ਆ ਕਿ ਮੈਟਰ। ਬਟ ਐਕਚੁਅਲੀ 'ਚ ਇਹਦੀ ਡੈਫੀਨੇਸ਼ਨ ਕੀ ਹੈ ਔਰ ਕਿਸ ਤਰ੍ਹਾਂ ਆਪਾਂ ਡਿਸਕ੍ਰਾਈਬ ਕਰਦੇ ਹਾਂ ਕਿਸੇ ਵੀ ਮੈਟਰ ਨੂੰ, ਉਸ ਚੀਜ਼ ਨੂੰ ਆਪਾਂ ਇਸ ਚੈਪਟਰ 'ਚ ਹੁਣੇ ਡਿਟੇਲ 'ਚ ਜਾਣਾਂਗੇ ਓਕੇ। ਸੋ ਜੋ ਫਸਟ ਟੋਪਿਕ ਇਹਦੇ 'ਚ ਆਉਂਦਾ ਵਾ ਉਹ ਫਸਟ ਟੋਪਿਕ ਦਾ ਨਾਮ ਕੀ ਆ? ਫਿਜ਼ੀਕਲ ਨੇਚਰ ਆਫ ਮੈਟਰ। ਹੁਣ ਫਿਜ਼ੀਕਲ ਨੇਚਰ ਕੀ ਹੁੰਦੀ ਹੈ? ਕਿਸੇ ਵੀ ਮੈਟਰ ਦੀ ਜਦੋਂ ਆਪਾਂ ਫਿਜ਼ੀਕਲ ਨੇਚਰ ਬਾਰੇ ਗੱਲ ਕਰ ਰਹੇ ਹਾਂ ਜਾਂ ਕਿਸੇ ਚੀਜ਼ ਦੀ ਆਪਾਂ ਫਿਜ਼ੀਕਲ ਅਪੀਅਰੈਂਸ ਬਾਰੇ ਗੱਲ ਕਰਦੇ ਤਾਂ ਆਪਾਂ ਉਸ ਚੀਜ਼ ਦੀ ਗੱਲ ਕਰਦੇ ਹਾਂ ਜੋ ਆਪਾਂ ਨੂੰ ਨਜ਼ਰ ਆ ਸਕਦੀ ਹੈ, ਜਿਹਨੂੰ ਆਪਾਂ ਟੱਚ ਕਰ ਸਕਦੇ ਹਾਂ, ਜਿਹਨੂੰ ਆਪਾਂ ਮਹਿਸੂਸ ਕਰ ਸਕਦੇ ਹਾਂ। ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਕੀ ਕਹਿੰਦੇ ਹਾਂ? ਉਹਦੀ ਫਿਜ਼ੀਕਲ ਪ੍ਰੋਪਰਟੀ ਹੋਊਗੀ ਕਿਸੇ ਵੀ ਚੀਜ਼ ਦੀ ਓਕੇ। ਸੋ ਕੋਈ ਵੀ ਮੈਟਰ ਆ, ਹੁਣ ਉਹਨੂੰ ਬਣਾਉਣ ਦਾ ਤਰੀਕਾ ਕੀ ਆ? ਅਗਰ ਬਾਈ ਚਾਂਸ ਮੈਂ ਪੁੱਛਾਂ ਕਿ ਮੈਟਰ ਇਜ਼ ਮੇਡ ਅਪ ਆਫ ਵਟ, ਤਾਂ ਉਹਦਾ ਸਿੰਪਲੀ ਇੱਕ ਆਨਸਰ ਆ, ਮੈਟਰ ਇਜ਼ ਮੇਡ ਅਪ ਆਫ ਪਾਰਟੀਕਲਸ। ਕਿਹੜੇ ਪਾਰਟੀਕਲਸ? ਬਿਲਕੁਲ ਸਮੋਲ ਪਾਰਟੀਕਲਸ। ਫਰਦਰ ਅਗਰ ਪਾਰਟੀਕਲਸ ਦੀ ਗੱਲ ਕਰਾਂ ਤਾਂ ਪਾਰਟੀਕਲਸ ਬਣੇ ਹੁੰਦੇ ਆ ਮੋਲੀਕਿਊਲਸ ਤੋਂ ਐਂਡ ਮੋਲੀਕਿਊਲ ਬਣੇ ਹੁੰਦੇ ਆ ਐਟਮ ਤੋਂ ਓਕੇ। ਸੋ ਇਹ ਤਾਂ ਨੈਕਸਟ ਚੈਪਟਰ 'ਚ ਤੁਸੀਂ ਕਰੋਗੇ ਜਦੋਂ ਐਟਮ ਵਾਲਾ ਆਊਗਾ, ਬਟ ਫਿਲਹਾਲ ਲਈ ਇੰਨਾ ਜਾਣਨਾ ਹੀ ਜ਼ਰੂਰੀ ਹੈ ਕਿ ਜੋ ਮੈਟਰ ਆ ਉਹਦੀ ਫਿਜ਼ੀਕਲ ਨੇਚਰ ਆ ਉਹ ਕਿਸ ਤਰ੍ਹਾਂ ਦੀ ਹੁੰਦੀ ਹੈ। ਸਭ ਤੋਂ ਪਹਿਲਾਂ ਤਾਂ ਮੈਟਰ ਜੋ ਆ ਉਹ ਪਾਰਟੀਕਲਸ ਤੋਂ ਬਣਿਆ ਹੁੰਦਾ ਵਾ। ਹੁਣ ਇਹਦੇ ਲਈ ਕੀ ਹੈ, ਆਪਾਂ ਇਹਦੇ 'ਚ ਕੀ ਦੱਸ ਸਕਦੇ ਹਾਂ? ਜਿਸ ਤਰ੍ਹਾਂ ਕਿ ਇਹਦੇ ਵਿੱਚ ਇੱਕ ਐਗਜ਼ਾਮਪਲ ਲਈ ਹੈ ਇਹਨੇ ਓਕੇ। ਹੁਣ ਉਹਦੇ 'ਚ ਕੀ ਕੀਤਾ, ਇਸ ਐਕਟੀਵਿਟੀ 'ਚੋਂ ਕੀ ਕਹਿ ਰਿਹਾ ਤੁਹਾਨੂੰ ਇਹ ਦੱਸਣ ਲਈ ਕਿ ਪਾਰਟੀਕਲਸ ਤੋਂ ਬਣਿਆ ਵਾ। ਕਹਿ ਰਿਹਾ ਕਿ ਟੇਕ 100 ml beaker, fill half the beaker with the water and mark the level of water. Dissolve some salt sugar with the help of glass rod. Observe any change in the water level. Do you think it has happened to the salt? Where does it disappear? Does the level of water change? ਓਕੇ, ਅਗਰ ਮੈਂ ਵੀ ਤੁਹਾਨੂੰ ਇਹ ਕਹਾਂ ਕਿ ਤੁਸੀਂ ਕਿਸੇ ਗਲਾਸ ਦੇ ਵਿੱਚ ਵਾਟਰ ਫਿਲ ਕਰ ਲਓ, ਕਿਸੇ ਗਲਾਸ ਟੰਬਲਰ 'ਚ ਓਕੇ। ਉਹ ਵਾਟਰ ਫਿਲ ਕਰਨ ਤੋਂ ਬਾਅਦ ਉਹਦੇ 'ਚ ਜਾਂ ਤਾਂ 1 ਜਾਂ 2 ਸਪੂਨ ਉਹਦੇ ਪਾ ਦਿਓ ਤੁਸੀਂ ਸਾਲਟ ਦੇ ਜਾਂ ਸ਼ੂਗਰ ਦੇ। ਤਾਂ ਤੁਸੀਂ ਇਹ ਚੈੱਕ ਕਰਨਾ ਕਿ ਜੋ ਵਾਟਰ ਦਾ ਪਹਿਲਾ ਲੈਵਲ ਸੀਗਾ ਉਹਦੇ ਨਾਲੋਂ ਕੁਛ ਵਧਿਆ। ਅਗਰ ਵਧਿਆ ਤਾਂ ਜੋ ਆਪਾਂ ਉਹਦੇ 'ਚ ਮਟੀਰੀਅਲ ਪਾਇਆ ਉਹ ਕਿੱਥੇ ਗਿਆ? ਅਗਰ ਥੋੜ੍ਹੀ ਦੇਰ ਲਈ ਤੁਸੀਂ ਕਿਸੇ ਚੀਜ਼ 'ਚ ਸ਼ੂਗਰ ਪਾ ਕੇ ਉਹਨੂੰ ਸਟਿਰ ਕਰਦੇ ਹੋ, ਹਿਲਾ ਕੇ ਘੁਮਾਉਂਦੇ ਹੋ, ਉਹਦੇ ਅੰਦਰ ਉਹਨੂੰ ਮਿਕਸ ਕਰਦੇ ਹੋ, ਤਾਂ ਕੀ ਹੁੰਦਾ ਕਿ ਥੋੜ੍ਹੀ ਦੇਰ ਬਾਅਦ ਸ਼ੂਗਰ ਜੋ ਆ ਉਹ ਡਿਸਅਪੇਅਰ ਹੋ ਜਾਂਦੀ ਹੈ। ਉਹ ਡਿਸਅਪੇਅਰ ਹੋਣ ਦੀ ਕੀ ਵਜ੍ਹਾ ਵਾ? ਕਿੱਥੇ ਚਲਾ ਗਿਆ ਉਹ ਸਾਰਾ ਕੁਛ? ਇਹ ਜਾਣਨਾ ਜ਼ਰੂਰੀ ਹੈ। ਸੋ ਉਸ ਚੀਜ਼ ਨੂੰ ਆਪਾਂ ਇਸੇ ਜੋ ਚੈਪਟਰ ਹੈ ਇਹਦੇ 'ਚ ਆਪਾਂ ਜਾਣਾਂਗੇ ਓਕੇ। ਸੋ ਦੇਖੋ ਇਹਦੇ 'ਚ ਪਾਰਟੀਕਲ ਦਾ ਜੋ ਡਾਇਗਰਾਮ ਹੈ ਇਹਦੇ 'ਚ ਬਣਾ ਕੇ ਦੱਸਿਆ ਹੋਇਆ। ਪਾਰਟੀਕਲ ਆਫ ਵਾਟਰ ਮੈਗਨੀਫਾਈਡ ਮਿਲੀਅਨ ਆਫ ਟਾਈਮਸ। ਹੁਣ ਇਹ ਵਾਟਰ ਹੈ, ਇਹਦੇ 'ਚ ਕੀ ਕੀਤਾ? ਸਾਲਟ ਪਾਤਾ, ਫਿਰ ਸਟੀਰ ਕੀਤਾ। ਸੋ ਦੇਖ ਸਕਦੇ ਹੋ ਤੁਸੀਂ ਜੋ ਸਾਲਟ ਆ ਉਹ ਵਾਟਰ ਦੇ ਵਿੱਚ ਡਿਜ਼ੋਲਵ ਹੋ ਗਿਆ। ਆਖਰ ਡਿਜ਼ੋਲਵ ਕੀ ਹੋਇਆ? ਜੋ ਛੋਟੇ ਛੋਟੇ ਪਾਰਟੀਕਲਸ ਜਿੱਥੋਂ ਵਾਟਰ ਬਣਿਆ ਵਾ ਠੀਕ, ਉਹ ਸਾਰੇ ਕੀ ਕਰਦੇ ਆ? ਉਸ ਸਾਲਟ ਦੇ ਪਾਰਟੀਕਲਸ ਦੇ ਨਾਲ ਮੈਸ਼ਅਪ ਹੋ ਜਾਂਦੇ ਆ ਜਾਂ ਕਹਿ ਲਓ ਕਿ ਇੱਕ ਦੂਜੇ 'ਚ ਡਿਜ਼ੋਲਵ ਹੋ ਜਾਂਦੇ ਆ, ਜਿਹਦੇ ਕਰਕੇ ਕੀ ਹੈ ਜੋ ਵਾਟਰ ਦਾ ਲੈਵਲ ਹੈ ਨਾ ਤੁਹਾਨੂੰ ਥੋੜ੍ਹਾ ਜਿਹਾ ਹਾਈ ਦਿਖੂਗਾ। ਅਗਰ ਸ਼ੂਗਰ ਵੀ ਪਾਓਗੇ ਤਾਂ ਵੀ ਜੋ ਲੈਵਲ ਹੈ ਨਾ ਉਹ ਵੱਧ ਜੂਗਾ। ਕਿਉਂ? ਕਿਉਂਕਿ ਉਹਦੇ ਪਾਰਟੀਕਲਸ ਜਿਹੜੇ ਵਾਟਰ ਦੇ ਪਾਰਟੀਕਲਸ ਆ ਉਹ ਸ਼ੂਗਰ ਜਾਂ ਸਾਲਟ ਦੇ ਪਾਰਟੀਕਲਸ ਦੇ ਨਾਲ ਬਾਈਂਡ ਹੋ ਜਾਂਦੇ ਓਕੇ। ਨੈਕਸਟ ਜੋ ਇਹਦਾ ਸਬ ਟਾਈਟਲ ਆ, ਜੋ ਸਬ ਪਾਰਟ ਆ ਫਸਟ ਪਾਰਟ ਦਾ ਫਿਜ਼ੀਕਲ ਨੇਚਰ ਦਾ, ਫਸਟ ਪਾਰਟ ਫਿਜ਼ੀਕਲ ਨੇਚਰ ਆਫ ਮੈਟਰ 'ਚ ਆਪਾਂ ਫਸਟ ਪਾਰਟ ਕੀਤਾ ਮੈਟਰ ਇਜ਼ ਮੇਡ ਅਪ ਆਫ ਪਾਰਟੀਕਲਸ। ਉਹਨੂੰ ਆਪਾਂ ਅੰਡਰਸਟੂਡ ਕੀਤਾ ਬਾਈ ਦਿਸ ਐਕਟੀਵਿਟੀ ਬਾਈ ਐਡਿੰਗ ਸਾਲਟ ਔਰ ਸ਼ੂਗਰ ਇਨ ਅ ਵਾਟਰ, ਕਿ ਹਾਂ ਜੋ ਮੈਟਰ ਆ ਕੋਈ ਵੀ ਉਹ ਛੋਟੇ ਛੋਟੇ ਪਾਰਟੀਕਲਸ ਤੋਂ ਬਣਿਆ ਹੁੰਦਾ ਹੈ ਠੀਕ। ਉਸ ਤੋਂ ਬਾਅਦ ਜੋ ਦੂਸਰਾ ਇਹਦਾ ਪਾਰਟ ਆ ਉਹਦੇ 'ਚ ਆਪਾਂ ਕੀ ਦੇਖ ਰਹੇ ਹਾਂ? ਹਾਊ ਸਮਾਲ ਆਰ ਦੀਜ਼ ਪਾਰਟੀਕਲਸ ਆਫ ਮੈਟਰ। ਹੁਣ ਉਹ ਕਹਿ ਰਿਹਾ ਕਿ ਜੋ ਮੈਟਰ ਦੇ ਜੋ ਪਾਰਟੀਕਲਸ ਨੇ ਉਹ ਕਿੰਨੇ ਛੋਟੇ ਆ। ਦੇਖੋ ਇਸ ਚੀਜ਼ ਨੂੰ ਵੀ ਇੱਕ ਐਕਟੀਵਿਟੀ ਨਾਲ ਹੀ ਉਹ ਡਿਸਕ੍ਰਾਈਬ ਕਰ ਰਿਹਾ ਵਾ। ਐਕਟੀਵਿਟੀ ਕੀ ਹੈ? ਟੇਕ ਅ ਕ੍ਰਿਸਟਲ ਆਫ ਪੋਟਾਸ਼ੀਅਮ ਪਰ ਮੈਗਨੇਟ ਐਂਡ ਡਿਜ਼ੋਲਵ ਦੈਮ ਇਨਟੂ 100 ml ਆਫ ਵਾਟਰ। ਕ੍ਰਿਸਟਲ ਲੈਣੇ ਆ ਤੁਸੀਂ ਪੋਟਾਸ਼ੀਅਮ ਪਰ ਮੈਗਨੇਟ ਦੇ ਓਕੇ। ਪੋਟਾਸ਼ੀਅਮ ਪਰ ਮੈਗਨੇਟ ਕੀ ਹੁੰਦਾ ਵਾ? ਪੋਟਾਸ਼ੀਅਮ ਪਰ ਮੈਗਨੇਟ ਹੁੰਦੀ ਹੈ ਜਿਹੜੀ ਲਾਲ ਦਵਾਈ ਆਪਾਂ ਘਰਾਂ 'ਚ ਵੀ ਯੂਜ਼ ਕਰਦੇ ਹਾਂ ਓਕੇ। So take out approximately 10 ml of this solution and put into 90 ml of clear water. Take out 10 ml of the solution and put it into the another 90 ml of clear water. Keep diluting the solution like this 5 to 8 times. Is the water still colored? देखो कह की रहा हो इस डायग्राम तो थोड़ा जिहा समझो। सब तो पहला ਆਪਾਂ ਇਹਦੇ 'ਚ पोटाशियम पर मैगनेट पाया सिंपल वाटर 'ਚ
ਠੀਕ। ਹੁਣ ਉਹਦਾ ਕੀ ਹੈ ਕਿ ਜਿਹੜਾ ਇਹਦੇ 'ਚ ਕਲਰ ਆ ਰਿਹਾ, ਪਿੰਕ ਕਲਰ ਆ ਰਿਹਾ ਡਾਰਕ ਵਾਲਾ, ਉਹਦੇ 'ਚ ਆਪਾਂ ਥੋੜ੍ਹਾ ਜਿਹਾ ਵਾਟਰ ਲੈ ਕੇ ਉਹਨੂੰ ਫਿਰ ਆਪਾਂ 100 ml ਵਾਟਰ 'ਚ ਪਾ ਦੇਣਾ ਵਾ। ਫਿਰ ਉਸ ਤੋਂ ਬਾਅਦ ਦੁਬਾਰਾ ਆਪਾਂ ਕੀ ਕਰਨਾ ਵਾ, ਫਿਰ ਦੁਬਾਰਾ ਸੇਮ ਹੀ ਪ੍ਰੋਸੈਸ ਰਿਪੀਟ ਕਰਨਾ। ਹਰ ਵਾਰ ਆਪਾਂ ਥੋੜ੍ਹਾ ਥੋੜ੍ਹਾ ਵਾਟਰ ਲੈ ਕੇ ਉਹਨੂੰ 100 ml ਵਾਟਰ 'ਚ ਹੀ ਬਾਰ ਪਾਈ ਜਾਣਾ ਸਾਫ ਵਾਲੇ 'ਚ। ਹੁਣ ਕੀ ਹੋ ਗਿਆ, ਹੁਣ ਜਿਹੜਾ ਕਲਰ ਦੇਖੋ ਤੁਸੀਂ ਇਹਦਾ, ਸੋ ਕਲਰ ਦੇ ਵਿੱਚ ਤੁਸੀਂ ਡਿਫਰੈਂਸ ਦੇਖ ਸਕਦੇ ਹੋ। ਅਗਰ ਤੁਸੀਂ ਆਹ ਫਸਟ ਵਾਲੇ ਦਾ ਕਲਰ ਦੇਖੋ ਔਰ ਉਸ ਤੋਂ ਬਾਅਦ ਤੁਸੀਂ ਆਹ ਲਾਸਟ ਵਾਲੇ ਦਾ ਕਲਰ ਦੇਖੋ ਤਾਂ ਉਹ ਲਾਈਟ ਹੋ ਗਿਆ ਕਾफ़ੀ, ਯਾਨੀ ਕਿ ਜੋ ਪਾਰਟੀਕਲਸ ਨੇ ਉਹ ਕਾफ़ੀ ਸਮॉल ਇਨ ਸਾइज़ ਨੇ, ਆਪਾਂ ਨੂੰ ਨੋਰਮਲੀ ਨਜ਼ਰ ਨਹੀਂ ਆ ਸਕਦੇ। ਓਕੇ, ਸੋ ਇਹਦੇ ਵਿੱਚ ਵੀ ਆਪਾਂ ਨੂੰ ਪਾਰਟੀਕਲਸ ਨਜ਼ਰ ਨਹੀਂ ਆ ਰਹੇ। ਸੋ ਪਾਰਟੀਕਲਸ ਜੋ ਨੇ ਉਹ ਬਹੁਤ ਸਮॉल ਇਨ ਸਾइज़ ਹੁੰਦੇ। ਸੋ ਦੇਖੋ ਇਹਦੇ 'ਚ ਲਾਈਨ ਲਿਖ ਰਿਹਾ ਇਹ, the particle of the matter are very small, they are small beyond our imagination। ਸੋ ਇੰਨੇ ਛੋਟੇ ਆ ਕਿ ਉਹਨਾਂ ਨੂੰ ਆਪਾਂ ਈਜ਼ੀਲੀ ਜੋ ਆ ਡਿਟੈਕਟ ਨਹੀਂ ਕਰ ਸਕਦੇ। ਓਕੇ, ਸੋ ਆਫਟਰ ਦੈਟ ਆਪਾਂ ਨੂੰ ਇਹ ਪਤਾ ਲੱਗ ਗਿਆ ਕਿ ਕੋਈ ਵੀ ਮੈਟਰ ਆ ਉਹਦੀ ਕੀ ਪ੍ਰੋਪਰਟੀਜ਼ ਆ, ਉਹ ਪਾਰਟੀਕਲਸ ਤੋਂ ਬਣਿਆ ਹੁੰਦਾ ਔਰ ਪਾਰਟੀਕਲਸ ਜੋ ਨੇ ਵੈਰੀ ਸਮॉल ਸਾਈਜ਼। ਓਕੇ, ਆਫਟਰ ਦੈਟ ਦ ਨੈਕਸਟ ਟॉपिक ਇਜ਼ ਕਰੈਕਟਰਿਸਟਿਕਸ ਆਫ ਪਾਰਟੀਕਲ ਆਫ ਮੈਟਰ। ਕਿਸੇ ਵੀ ਮੈਟਰ ਦੀਆਂ ਜੋ ਪਾਰਟੀਕਲਸ ਨੇ ਉਹਦੀਆਂ ਕਰੈਕਟਰਿਸਟਿਕਸ ਕੀ ਨੇ। ਕਦੀ ਵੀ ਆਪਾਂ ਕੋਈ ਵੀ ਚੀਜ਼ ਨੂੰ ਅਗਰ ਡਿਸਕਸ ਕਰਦੇ ਹਾਂ ਤਾਂ ਪਹਿਲਾਂ ਆਪਾਂ ਉਹਦੀ ਇੱਕ ਫਿਜ਼ੀਕਲ ਓਵਰਵਿਊ ਦੇਖਦੇ ਹਾਂ ਔਰ ਉਸ ਤੋਂ ਬਾਅਦ ਆਪਾਂ ਉਹਨੂੰ ਪ੍ਰੋਪਰਟੀਜ਼ ਨੂੰ ਚੈੱਕ ਕਰਦੇ ਹਾਂ ਕਿ ਉਹਦੀਆਂ ਪ੍ਰੋਪਰਟੀਜ਼ ਕੀ ਨੇ। ਓਕੇ, ਸੋ ਹੁਣ ਆਪਾਂ ਫੋਕਸ ਕਰਾਂਗੇ ਇਹਦੀ ਕਰੈਕਟਰਿਸਟਿਕਸ ਆਫ ਪਾਰਟੀਕਲਸ ਆਫ ਮੈਟਰ। ਸੋ ਕਿਸੇ ਵੀ ਪਾਰਟੀਕਲਸ ਜੋ ਵੀ ਆ ਉਹਦੀ ਕਰੈਕਟਰਿਸਟਿਕਸ ਕੀ ਨੇ। ਠੀਕ ਹੈ, ਸੋ ਸਭ ਤੋਂ ਪਹਿਲਾਂ ਜੋ ਇਸ ਟੌਪਿਕ ਦੇ ਵਿੱਚ ਆਪਾਂ ਦੇਖ ਰਹੇ ਹਾਂ ਉਹ ਕੀ ਹੈ, ਦ ਪਾਰਟੀਕਲਸ ਆਫ ਮੈਟਰ ਹੈਵ ਸਪੇਸ ਬਿਟਵੀਨ ਦੈਮ। ਸੋ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਜੋ ਪ੍ਰੋਪਰਟੀ ਇਹ ਦੇਖਦੇ ਹਾਂ ਕਿ ਜਦੋਂ ਵੀ ਕੋਈ ਵੀ ਪਾਰਟੀਕਲਸ ਨੇ ਤਾਂ ਉਹਨਾਂ 'ਚ ਕੁਛ ਨਾ ਕੁਛ ਸਪੇਸ ਜ਼ਰੂਰ ਹੁੰਦੀ ਹੈ। ਓਕੇ, ਸੋ ਇਸ ਚੀਜ਼ ਨੂੰ ਆਪਾਂ ਕਿਸ ਤਰ੍ਹਾਂ ਡਿਸਕ੍ਰਾਈਬ ਕਰ ਸਕਦੇ ਹਾਂ, ਦੇਖੋ ਪਾਰਟੀਕਲਸ ਆਫ ਸ਼ੂਗਰ, ਸਾਲਟ, particles of sugar, salt, Dettol or potassium permanganate got evenly distributed in the water. Similarly, when we make tea, coffee or nimbu pani or lemonade, the particles of one type of matter get into the space between particles of other. This show that there is a enough space between the particles of matter. ਸੋ ਆਪਾਂ ਨੂੰ ਇਹ ਕਿਸ ਤਰ੍ਹਾਂ ਪਤਾ ਲੱਗ ਰਿਹਾ ਵਾ, ਹੁਣ ਦੇਖੋ ਜਿਸ ਤਰ੍ਹਾਂ ਮੈਂ ਤੁਹਾਨੂੰ ਸਟਾਰਟਿੰਗ 'ਚ ਦੱਸਿਆ ਸੀ ਕਿ ਜੋ ਸਾਲਟ ਜਾਂ ਸ਼ੂਗਰ ਆ, ਅਗਰ ਥੋੜ੍ਹੀ ਦੇਰ ਆਪਾਂ ਉਸ ਚਮਚ ਨੂੰ ਘੁਮਾ ਰਹੇ ਹਾਂ ਗਲਾਸ 'ਚ, ਜੋ ਸਟੀਰ ਕਰ ਰਹੇ ਹਾਂ ਤਾਂ ਉਹ ਗਾਇਬ ਹੋ ਜਾਂਦਾ ਵਾ। ਆਖਰ ਉਹ ਕਿੱਥੇ ਜਾ ਰਿਹਾ, ਜੋ ਨਮਕ ਆ ਜਾਂ ਸ਼ੂਗਰ ਆ ਪਾਣੀ 'ਚ, ਉਹ ਕਿੱਥੇ ਜਾ ਰਿਹਾ, ਉਹ ਜੋ ਪਾਰਟੀਕਲ ਵਾਟਰ ਦੇ ਆ ਉਹਦੇ ਅੰਦਰ ਡਿਜ਼ੋਲਵ ਹੋ ਜਾਂਦੇ, ਯਾਨੀ ਕਿ ਉਹਨਾਂ ਪਾਰਟੀਕਲਸ 'ਚ ਕੁਛ ਨਾ ਕੁਛ ਜਗ੍ਹਾ ਸੀਗੀ ਜਿਹਦੇ ਅੰਦਰ ਉਹ ਸ਼ੂਗਰ ਦੇ ਜਾਂ ਸਾਲਟ ਦੇ ਜੋ ਪਾਰਟੀਕਲ ਸੀਗੇ ਡਿਜ਼ੋਲਵ ਹੋ ਗਏ। ਓਕੇ, ਸੋ ਇਸ ਚੀਜ਼ ਤੋਂ ਆਪਾਂ ਨੂੰ ਇਹ ਪਤਾ ਲੱਗਦਾ ਕਿ ਇਹਦੀ ਫਸਟ ਪ੍ਰੋਪਰਟੀ ਕੀ ਹੈ ਕਿ ਇਹਨਾਂ ਦੇ ਵਿੱਚ ਕੁਛ ਨਾ ਕੁਛ ਸਪੇਸ ਜ਼ਰੂਰ ਹੁੰਦੀ। ਸੋ ਨੈਕਸਟ ਪ੍ਰੋਪਰਟੀ ਕੀ ਕਹਿ ਰਿਹਾ ਉਹ, ਨੈਕਸਟ ਪ੍ਰੋਪਰਟੀ ਹੈ ਦ ਪਾਰਟੀਕਲ ਆਫ ਮੈਟਰ ਆਰ ਕੰਟੀਨਿਊਸਲੀ ਮੂਵਿੰਗ। ਸੋ ਇਸ ਚੀਜ਼ ਨੂੰ ਸਮਝਣ ਲਈ ਆਪਣੇ ਕੋਲ ਛੋਟੀਆਂ ਛੋਟੀਆਂ ਕੁਛ ਐਕਟੀਵਿਟੀਜ਼ ਨੇ। ਫਸਟ ਐਕਟੀਵਿਟੀ ਕੀ ਹੈ ਕਿ ਤੁਸੀਂ ਕੋਈ ਅਗਰਬੱਤੀ ਬਾਲਦੇ ਹੋ। ਓਕੇ, ਸੋ ਤੁਸੀਂ ਕਮਰੇ ਦੇ ਕਿਸੇ ਕੋਨੇ 'ਚ ਉਹਨੂੰ ਅਗਰ ਬਰਨ ਕਰਦੇ ਹੋ ਤਾਂ ਤੁਹਾਨੂੰ ਦੂਸਰੇ ਕੋਨੇ ਤੱਕ ਉਹਦੀ ਖੁਸ਼ਬੂ ਆ ਰਹੀ ਹੈ। ਕਿਸ ਤਰ੍ਹਾਂ ਆ ਰਹੀ ਹੈ, ਐਕਚੁਅਲੀ ਦੇ ਵਿੱਚ ਜੋ ਉਹਦੀ ਜੋ ਫਿਊਮਸ ਉੱਠ ਰਹੇ ਨੇ, ਉਹਦੇ ਜੋ ਭਾਫ ਜਾਂ ਧੂੰਆਂ ਨਿਕਲ ਰਿਹਾ ਵਾ ਕਿਸੇ ਵੀ ਅਗਰਬੱਤੀ 'ਚੋਂ, ਸੋ ਉਹ ਕੀ ਹੈ, ਉਹ ਵੀ ਇੱਕ ਮੈਟਰ ਆ। ਠੀਕ, ਸੋ ਮੈਟਰ ਦੇ ਜੋ ਪਾਰਟੀਕਲਸ ਆ ਉਹ ਕੀ ਕਰ ਰਹੇ, ਮੂਵ ਕਰ ਰਹੇ ਤਾਂ ਹੀ ਆਪਣੇ ਤੱਕ ਆਏ। ਠੀਕ, ਔਰ ਇਹਦੀ ਦੂਸਰੀ ਐਗਜ਼ਾਮਪਲ ਕੀ ਹੈ ਕਿ ਅਗਰ ਤੁਸੀਂ ਕੋਈ ਇੰਕ ਡ੍ਰੌਪ ਆ ਜੋ ਕਿਸੇ ਵਾਟਰ ਦੇ ਬੀਕਰ ਦੇ ਵਿੱਚ ਪਾ ਦਿਓ ਔਰ ਉਹਨੂੰ ਤੁਸੀਂ ਹਿਲਾਣਾ ਨਹੀਂ ਹੈ ਤਾਂ ਕੁਛ ਦਿਨਾਂ ਬਾਅਦ ਉਹ ਆਪਣੇ ਆਪ ਹੀ ਸਾਰਾ ਡਿਜ਼ੋਲਵ ਹੋ ਜਾਊਗਾ। ਉਹਦੀ ਵਜ੍ਹਾ ਕੀ ਹੈ ਕਿ ਜੋ ਪਾਰਟੀਕਲਸ ਨੇ ਉਹ ਕੰਟੀਨਿਊਸਲੀ ਮੂਵ ਕਰਦੇ ਰਹਿੰਦੇ ਆ। ਓਕੇ, ਨਾਓ ਨੈਕਸਟ ਜੋ ਪਾਰਟੀਕਲ ਦੀ ਕਰੈਕਟਰਿਸਟਿਕਸ ਆ ਉਹ ਕੀ ਹੈ, ਦ ਪਾਰਟੀਕਲਸ ਆਫ ਮੈਟਰ ਅਟਰੈਕਟ ਈਚ ਅਦਰ। ਹੁਣ ਕਿਸੇ ਵੀ ਮੈਟਰ ਦੇ ਵਿੱਚ ਜਿੰਨੇ ਉਹਦੇ ਪਾਰਟੀਕਲਸ ਹੁੰਦੇ ਉਹ ਸਾਰੇ ਇੱਕ ਦੂਜੇ ਨੂੰ ਅਟਰੈਕਟ ਕਰਦੇ ਆ ਔਰ ਇਹ ਜੋ ਪ੍ਰੋਪਰਟੀ ਹੈ ਬਹੁਤ ਇੰਪੋਰਟੈਂਟ ਪ੍ਰੋਪਰਟੀ ਹੈ ਕਿਸੇ ਵੀ ਮੈਟਰ ਦੀ। ਓਕੇ, ਅੱਗੇ ਚੱਲ ਕੇ ਇਸੇ ਪ੍ਰੋਪਰਟੀ ਨੂੰ ਆਪਾਂ ਹੋਰ ਡਿਸਕ੍ਰਾਈਬ ਕਰਾਂਗੇ। ਠੀਕ, ਕਿ ਇੱਕ ਦੂਜੇ ਨੂੰ ਅਟਰੈਕਟ ਕਰਦੇ ਆ, ਕਿਸ ਤਰ੍ਹਾਂ ਕਰਦੇ, ਇਹਦੇ ਤੋਂ ਹੀ ਅੱਗੇ ਮੈਟਰਸ ਦੀਆਂ ਜੋ ਟਾਈਪਸ ਨੇ ਉਹਨਾਂ ਨੂੰ ਆਪਾਂ ਸਮਝਾਂਗੇ। ਓਕੇ, ਨਾਓ
ਜੋ ਮੈਟਰ ਬਾਰੇ ਆਪਾਂ ਹੁਣ ਗੱਲ ਕਰਕੇ ਹਟੇ ਹਾਂ ਉਸ ਮੈਟਰ ਦੀਆਂ ਵੀ ਕੁਝ ਸਟੇਟਸ ਨੇ। ਦੇਖੋ ਜੋ ਬਰੋਡਲੀ ਆਪਾਂ ਕਿਸੇ ਮੈਟਰ ਦੀਆਂ ਸਟੇਟਸ ਦੇਖ ਸਕਦੇ ਹਾਂ ਆਪਣੀ ਡੇ ਟੂ ਡੇ ਲਾਈਫ 'ਚ। ਸੋ ਦੇਰ ਆਰ ਓਨਲੀ 3 ਸਟੇਟਸ। ਫਸਟ ਇਜ਼ ਸੋਲਿਡ, ਦੈਨ ਲਿਕੁਇਡ, ਦੈਨ ਗੈਸ। ਓਕੇ, ਸੋ ਸਭ ਤੋਂ ਪਹਿਲਾਂ ਸਟੇਟ ਆਉਂਦੀ ਹੈ ਸੋਲਿਡ ਸਟੇਟ। ਸੋਲਿਡ ਸਟੇਟ 'ਚ ਕੀ ਹੈ, ਹੁਣ ਦੇਖੋ ਵਾਪਸ ਆ ਜਾਂਦੇ ਹਾਂ ਇਸੇ 'ਤੇ ਜੋ ਆ ਟੌਪਿਕ ਸੀ ਆਪਣਾ, ਪਾਰਟੀਕਲਸ ਆਫ ਮੈਟਰ ਅਟਰੈਕਟ ਈਚ ਅਦਰ। ਹੁਣ ਇਹ ਅਟਰੈਕਸ਼ਨ ਬਹੁਤ ਇੰਪੋਰਟੈਂਟ ਹੈ। ਅਗਰ ਤਾਂ ਕਿਸੇ ਪਾਰਟੀਕਲਸ 'ਚ ਅਟਰੈਕਸ਼ਨ ਬਹੁਤ ਜ਼ਿਆਦਾ ਵਾ, ਓਕੇ, ਅਗਰ ਅਟਰੈਕਸ਼ਨ ਬਹੁਤ ਜ਼ਿਆਦਾ ਹੋਊਗੀ ਤਾਂ ਬਹੁਤ ਕਲੋਜ਼ਲੀ ਇੱਕ ਦੂਜੇ ਦੇ ਨਾਲ ਬੈਠੇ ਹੋਣਗੇ ਉਹ ਪਾਰਟੀਕਲਸ, ਓਕੇ। ਔਰ ਅਗਰ ਕਲੋਜ਼ ਹੋਣਗੇ ਤਾਂ ਕੀ ਹੋਊਗਾ, ਉਹਨਾਂ ਦੀ ਇੱਕ ਡੈਫੀਨੇਟ ਸ਼ੇਪ ਹੋਊਗੀ, ਓਕੇ, ਐਂਡ ਡੈਫੀਨੇਟ ਸਾਈਜ਼ ਹੋਊਗਾ, ਠੀਕ, ਐਂਡ ਸਾਈਮਲਟੇਨੀਅਸਲੀ ਉਹਦਾ ਵੇਟ ਵੀ ਹੋਊਗਾ ਕੁਝ, ਠੀਕ। ਤੁਸੀਂ ਜਿੰਨੀਆਂ ਵੀ ਸੋਲਿਡ ਚੀਜ਼ਾਂ ਦੇਖ ਰਹੇ ਹੋ ਸਾਰੀਆਂ ਇਸੇ ਤਰ੍ਹਾਂ ਹੀ ਹੁੰਦੀਆਂ ਨੇ, ਓਕੇ। ਕਿਉਂ ਸੋਲਿਡ ਚੀਜ਼ ਗੈਸ ਜਾਂ ਲਿਕੁਇਡ ਨਾਲੋਂ ਅਲੱਗ ਆ? ਸੋ ਇਹਦਾ ਇਹੀ ਰੀਜ਼ਨ ਆ, ਜੋ ਪਾਰਟੀਕਲਸ ਨੇ ਇਹਦੇ ਅੰਦਰ ਉਹ ਕਿਸ ਤਰ੍ਹਾਂ ਨੇ, ਉਹ ਕਲੋਜ਼ਲੀ ਪੈਕਡ ਨੇ। ਕਿਉਂ? ਕਿਉਂਕਿ ਉਹ ਸਭ ਤੋਂ ਜ਼ਿਆਦਾ ਅਟਰੈਕਸ਼ਨ ਹੁੰਦੀ ਉਹਨਾਂ 'ਚ। ਸਿਮਿਲਰਲੀ ਹੁਣ ਜੋ ਦੂਸਰਾ ਆਪਣੇ ਕੋਲ ਆਉਂਦਾ ਵਾ ਉਹ ਆ ਦ ਲਿਕੁਇਡ ਸਟੇਟ। ਲਿਕੁਇਡ ਸਟੇਟ 'ਚ ਕੀ ਆ ਹੁਣ ਕਿ ਜੋ ਪਾਰਟੀਕਲਸ ਦੀ ਅਟਰੈਕਸ਼ਨ ਆ ਉਹ ਬਹੁਤੀ ਜ਼ਿਆਦਾ ਨਹੀਂ ਹੈ ਪਰ ਬਹੁਤੀ ਘੱਟ ਵੀ ਨਹੀਂ ਹੈ, ਇੰਨੀ ਕੁ ਕਿ ਬਸ ਇੱਕ ਦੂਜੇ ਦੇ ਕੰਟੈਕਟ 'ਚ ਨੇ, ਠੀਕ। ਸੋ ਅਗਰ ਤੁਸੀਂ ਲਿਕੁਇਡ ਨੂੰ ਧਿਆਨ ਨਾਲ ਦੇਖੋ, ਲਿਕੁਇਡ ਹੈ ਵੀ ਇਸੇ ਤਰ੍ਹਾਂ ਦਾ ਹੁੰਦਾ, ਜਿਸ ਵੀ ਚੀਜ਼ 'ਚ ਪਾਓਗੇ ਉਸੇ ਤਰ੍ਹਾਂ ਦੀ ਸ਼ੇਪ ਲੈ ਲੈਂਦਾ। ਕਿਉਂ? ਕਿਉਂਕਿ ਇਹਨਾਂ ਦੇ ਜੋ ਪਾਰਟੀਕਲਸ ਹੁੰਦੇ ਨਾ ਉਹ ਬਸ ਇੱਕ ਦੂਜੇ ਦੇ ਟੱਚ 'ਚ ਹੁੰਦੇ ਆ। ਇਹਦੇ ਨਾਲ ਕੀ ਹੁੰਦਾ ਕਿ ਇਹਦੀ ਕੋਈ ਡੈਫੀਨੇਟ ਸ਼ੇਪ ਨਹੀਂ ਹੁੰਦੀ, ਓਕੇ, ਨਾ ਹੀ ਕੋਈ ਸਾਈਜ਼ ਹੁੰਦਾ ਵਾ। ਹਾਂ, ਡੈਫੀਨੇਟ ਵੇਟ ਜ਼ਰੂਰ ਹੁੰਦਾ ਵਾ, ਆਪਾਂ ਨੂੰ ਲਿਕੁਇਡ ਨਜ਼ਰ ਜ਼ਰੂਰ ਆ ਜਾਂਦਾ। ਉਹਦੇ ਪਿੱਛੇ ਰੀਜ਼ਨ ਕੀ ਆ ਕਿ ਇਹਨਾਂ ਦੀ ਜੋ ਫੋਰਸ ਆਫ ਅਟਰੈਕਸ਼ਨ ਆ ਉਹ ਘੱਟ ਹੁੰਦੀ ਹੈ, ਠੀਕ। ਇਸ ਤੋਂ ਬਾਅਦ ਜੋ ਥਰਡ ਸਟੇਜ ਆਪਣੇ ਕੋਲ ਆਉਂਦੀ ਆ ਉਹ ਆ, ਥਰਡ ਸਟੇਟ ਆ ਆਪਣੇ ਕੋਲ ਦ ਗੈਸੀਅਸ ਸਟੇਟ। ਹੁਣ ਗੈਸੀਅਸ ਸਟੇਟ 'ਚ ਕੀ ਹੈ, ਗੈਸੀਅਸ ਸਟੇਟ ਦੇ ਜੋ ਪਾਰਟੀਕਲਸ ਹੁੰਦੇ ਨਾ ਇਹਨਾਂ 'ਚ ਕੋਈ ਫੋਰਸ ਆਫ ਅਟਰੈਕਸ਼ਨ ਨਹੀਂ ਹੁੰਦੀ, ਕੋਈ ਵੀ ਅਟਰੈਕਸ਼ਨ ਨਹੀਂ ਹੁੰਦੀ, ਠੀਕ। ਪਾਰਟੀਕਲਸ ਬਹੁਤ ਦੂਰ ਦੂਰ ਹੁੰਦੇ ਆ, ਇਸ ਲਈ ਆਪਾਂ ਨੂੰ ਜੋ ਗੈਸਿਸ ਆ ਉਹ ਦਿਖਾਈ ਨਹੀਂ ਦਿੰਦੀ। ਫੋਰ ਐਗਜ਼ਾਮਪਲ ਹੁਣ ਇਸ ਵੀਡੀਓ ਨੂੰ ਦੇਖਦੇ ਹੋਏ ਆਪਣੇ ਆਲੇ ਦੁਆਲੇ ਦੇਖੋ, ਤੁਹਾਨੂੰ ਏਅਰ ਨਜ਼ਰ ਨਹੀਂ ਆਊਗੀ। ਏਅਰ ਦੇ ਨਾ ਨਜ਼ਰ ਆਉਣ ਦਾ ਰੀਜ਼ਨ ਕੀ ਹੈ ਕਿ ਏਅਰ 'ਚ ਜੋ ਗੈਸਿਸ ਨੇ ਉਹਨਾਂ ਦੇ ਜੋ ਪਾਰਟੀਕਲਸ ਨੇ ਉਹਨਾਂ ਦੇ ਅੰਦਰ ਅਟਰੈਕਸ਼ਨ ਘੱਟ ਆ, ਬਲਕਿ ਬਿਲਕੁਲ ਵੀ ਨਹੀਂ ਹੈਗੀ, ਓਕੇ। ਸੋ ਜਦੋਂ ਆਪਾਂ ਕਿਸੇ ਗੈਸਿਸ ਨੂੰ ਯੂਜ਼ ਕਰਨਾ ਹੁੰਦਾ ਵਾ, ਜਿਸ ਤਰ੍ਹਾਂ LPG ਹੋ ਗਈ ਜਾਂ CNG, ਤਾਂ ਉਹਨਾਂ ਨੂੰ ਆਪਾਂ ਨੂੰ ਹਾਈਲੀ ਕੰਪਰੈਸ ਕਰਨਾ ਪੈਂਦਾ ਵਾ ਲਿਕੁਇਡ ਸਟੇਟ 'ਚ ਲਿਆਉਣ ਲਈ, ਓਕੇ। ਸੋ ਹੁਣ ਇੱਕ ਨੈਕਸਟ ਟੌਪਿਕ ਆ ਕਿ ਗੈਸ ਨੂੰ ਲਿਕੁਇਡ 'ਚ ਕਿਸ ਤਰ੍ਹਾਂ ਲੈ ਕੇ ਆਏ ਆਪਾਂ, ਠੀਕ, ਉਹਦੇ ਉੱਤੇ ਵੀ ਆਪਾਂ ਹੁਣ ਨੈਕਸਟ ਆਵਾਂਗੇ। ਸੋ ਆ ਇੱਕ ਛੋਟੀ ਜਿਹੀ ਡਾਇਗਰਾਮ ਆ, ਇਹਨੂੰ ਦੇਖੋ ਜਰਾ। ਸੋਲਿਡ ਕਿਸ ਤਰ੍ਹਾਂ ਨੇ, ਸੋਲਿਡ 'ਚ ਦੇਖੋ ਇੱਕ ਪੈਟਰਨ 'ਚ ਪਾਰਟੀਕਲ ਆਪਸ ਦੇ ਵਿੱਚ ਅਟੈਚ ਆ, ਠੀਕ। ਲਿਕੁਇਡ ਦੇ ਵਿੱਚ ਬਹੁਤ ਘੱਟ ਅਟਰੈਕਸ਼ਨ ਆ, ਓਕੇ, ਰੈਂਡਮਲੀ ਸਿਚੁਏਟਡ ਨੇ ਆਪਣੀ ਆਪਣੀ ਪਲੇਸ 'ਤੇ। ਐਂਡ ਗੈਸੀਅਸ ਨੂੰ ਦੇਖੋ ਤਾਂ ਪਾਰਟੀਕਲਸ ਕਿਤੇ ਨੇੜੇ ਤੇੜੇ ਨੇ ਇੱਕ ਦੂਜੇ ਦੇ, ਬਹੁਤ ਜ਼ਿਆਦਾ ਡਿਫਰੈਂਸ ਆ ਉਹਨਾਂ 'ਚ, ਸਪੇਸ ਬਹੁਤ ਜ਼ਿਆਦਾ ਵਾ, ਓਕੇ। ਸੋ ਗੈਸੀਅਸ ਪਾਰਟੀਕਲਸ 'ਚ ਸਪੇਸ ਬਹੁਤ ਜ਼ਿਆਦਾ ਹੁੰਦੀ ਹੈ, ਲਿਕੁਇਡ 'ਚ ਘੱਟ ਹੁੰਦੀ ਹੈ, ਔਰ ਸੋਲਿਡ 'ਚ ਬਹੁਤ ਘੱਟ ਹੁੰਦੀ ਹੈ, ਓਕੇ। ਇਸ ਲਈ ਸੋਲਿਡ ਸੋਲਿਡ ਆ, ਲਿਕੁਇਡ ਲਿਕੁਇਡ ਆ, ਐਂਡ ਗੈਸ ਗੈਸ। ਕਲੀਅਰ? ਸੋ ਬਹੁਤ ਇੰਪੋਰਟੈਂਟ ਕੁਐਸਚਨ ਆ, ਵਾਈ ਸੋਲਿਡ ਇਜ਼ ਸੋਲਿਡ, ਲਿਕੁਇਡ ਇਜ਼ ਲਿਕੁਇਡ ਐਂਡ ਗੈਸ ਇਜ਼ ਗੈਸ। ਸੋ ਇਹਦੇ ਪਿੱਛੇ ਰੀਜ਼ਨ ਕੀ ਹੈ, ਜੋ ਅਟਰੈਕਸ਼ਨ ਆ ਪਾਰਟੀਕਲਸ ਦੀ ਉਹ। ਨਾਓ ਹੁਣ ਕਿਸੇ ਵੀ ਮੈਟਰ ਦੀ ਆਪਾਂ ਕਿਸੇ ਵੀ ਸਟੇਟ ਨੂੰ ਚੇਂਜ ਕਰ ਸਕਦੇ, ਇਹੀ ਆਪਣਾ ਨੈਕਸਟ ਟੌਪਿਕ ਆ। ਕੈਨ ਮੈਟਰ ਚੇਂਜ ਇਟਸ ਸਟੇਟ? ਯੈਸ, ਮੈਟਰ ਕੋਈ ਵੀ ਹੋਵੇ ਉਹ ਆਪਣੀ ਸਟੇਟ ਚੇਂਜ ਕਰ ਸਕਦਾ। ਇਹਦੇ ਲਈ ਸਿਰਫ ਔਰ ਸਿਰਫ ਦੋ ਫੈਕਟਰ ਵਰਕ ਕਰਦੇ ਆ। ਫਸਟ ਇਜ਼ ਟੈਂਪਰੇਚਰ ਐਂਡ ਸੈਕਿੰਡ ਇਜ਼ ਪ੍ਰੈਸ਼ਰ, ਓਕੇ। ਪ੍ਰੈਸ਼ਰ ਐਂਡ ਟੈਂਪਰੇਚਰ ਨਾਲ ਆਪਾਂ ਕੀ ਕਰ ਸਕਦੇ ਹਾਂ, ਕਿਸੇ ਵੀ ਮੈਟਰ ਦੀ ਸਟੇਟ ਆ ਜੋ ਉਹਨੂੰ ਚੇਂਜ ਕਰ ਸਕਦੇ ਹਾਂ। ਟੈਂਪਰੇਚਰ ਨਾਲ ਕਿਸ ਤਰ੍ਹਾਂ, ਫੋਰ ਐਗਜ਼ਾਮਪਲ ਵਾਟਰ, ਠੀਕ, ਵਾਟਰ 'ਤੇ ਆਪਾਂ ਟੈਂਪਰੇਚਰ ਇਨਕਰੀਜ਼ ਕਰਤਾ, ਮਤਲਬ ਉਹਨੂੰ ਗੈਸ 'ਤੇ ਰੱਖਿਆ ਔਰ ਬਹੁਤ 100 ਡਿਗਰੀ ਪਲੱਸ ਟੈਂਪਰੇਚਰ ਦੇਤਾ, ਕੀ ਹੋਊਗਾ, ਵਾਟਰ ਬੋਇਲ ਕਰ ਜੂਗਾ, ਭਾਫ ਬਣ ਕੇ ਉੱਡ ਜੂਗਾ। ਹੁਣ ਜੋ ਭਾਫ ਆ, ਜੋ ਵੇਪਰ ਆ, ਵਟ ਆਰ ਵੇਪਰਸ, ਦੇ ਆਰ ਗੈਸੀਅਸ ਸਟੇਟ, ਓਕੇ। ਸਿਮਿਲਰਲੀ ਅਗਰ ਮੈਂ ਟੈਂਪਰੇਚਰ ਡਾਊਨ ਕਰ ਦੇਵਾਂ, 0 ਡਿਗਰੀ ਕਰ ਦੇਵਾਂ, ਓਕੇ, 10 ਡਿਗਰੀ ਕਰ ਦੇਵਾਂ, 0 ਡਿਗਰੀ ਲੈ ਜਾਵਾਂ, ਮਾਈਨਸ 'ਚ ਲੈ ਜਾਵਾਂ, ਤਾਂ ਕੀ ਹੋਊਗਾ, ਜੋ ਵਾਟਰ ਆ ਉਹ ਕੀ ਕਰ ਜੂਗਾ, ਫਰੀਜ਼ ਕਰ ਜੂਗਾ, ਸੋਲਿਡ ਸਟੇਟ 'ਚ ਆ ਜੂਗਾ। ਹੁਣ ਮੈਂ ਕੀ ਕੀਤਾ ਕਿ ਜੋ ਟੈਂਪਰੇਚਰ ਸੀ ਉਹ ਉਹਦਾ ਘਟਾਤਾ। ਸੋ ਟੈਂਪਰੇਚਰ ਦੇ ਨਾਲ ਕੀ ਹੋ ਰਿਹਾ ਕਿ ਕੋਈ ਮੈਟਰ ਆਪਣੀ ਸਟੇਟ ਚੇਂਜ ਕਰ ਰਿਹਾ ਵਾ, ਓਕੇ। ਹੁਣ ਪ੍ਰੈਸ਼ਰ ਦੇ ਨਾਲ ਆਪਾਂ ਕਿਸ ਤਰ੍ਹਾਂ ਕਿਸੇ ਵੀ ਚੀਜ਼ ਦੀ ਜੋ ਸਟੇਟ ਆ ਚੇਂਜ ਕਰ ਸਕਦੇ ਹਾਂ। ਇਹ ਸਭ ਤੋਂ ਵੱਡੀ ਐਗਜ਼ਾਮਪਲ ਆ ਤੁਹਾਡੇ ਘਰਾਂ 'ਚ LPG ਸਿਲੰਡਰ। ਅਗਰ ਸਿਲੰਡਰ ਥੋੜ੍ਹਾ ਜਿਹਾ ਖਾਲੀ ਹੋਇਆ ਹੋਵੇ ਤਾਂ ਉਹਨੂੰ ਜਰਾ ਹਿਲਾ ਕੇ ਦੇਖੋ ਤੁਸੀਂ, ਤੁਹਾਨੂੰ ਇਸ ਤਰ੍ਹਾਂ ਲੱਗੂਗਾ ਇਹਦੇ ਅੰਦਰ ਕੁਛ ਲਿਕੁਇਡ ਭਰਿਆ ਵਾ, ਬਟ ਅਸਲ 'ਚੋਂ ਕੀ ਆ, ਉਹ ਗੈਸ ਆ। ਜਦੋਂ ਤੁਸੀਂ ਆਪਣੀ ਗੈਸ ਦਾ ਸਵਿਚ ਔਨ ਕਰਦੇ ਹੋ ਤਾਂ ਉਹਦੇ 'ਚੋਂ ਕੋਈ ਲਿਕੁਇਡ ਬਾਹਰ ਨਹੀਂ ਆ ਰਿਹਾ, ਉਹ 'ਚੋਂ ਗੈਸ ਬਾਹਰ ਆ ਰਹੀ ਹੈ।
ਸੋ ਰੀਜ਼ਨ ਕੀ ਹੈ ਕਿ ਉਹਨੂੰ ਹਾਈਲੀ ਕੰਪਰੈਸ ਕੀਤਾ ਜਾਂਦਾ ਵਾ, ਬਹੁਤ ਜ਼ਿਆਦਾ ਪ੍ਰੈਸ਼ਰਾਈਜ਼ ਕੀਤਾ ਜਾਂਦਾ, ਜਿਹਦੇ ਨਾਲ ਕੀ ਹੈ ਕਿ ਜ਼ਬਰਦਸਤੀ ਉਹਦੇ ਜੋ ਮੋਲੀਕਿਊਲ ਹੁੰਦੇ ਨਾ ਉਹਨਾਂ ਨੂੰ ਆਪਾਂ ਇਕੱਠੇ ਕਰਦੇ ਹਾਂ। ਸੋ ਉਹਨਾਂ ਨੂੰ ਇੱਕ ਦੂਜੇ ਦੇ ਕਲੋਜ਼ ਲੈ ਕੇ ਆਉਂਦੇ ਆ ਤਾਂ ਉਹ ਲਿਕੁਅਡ ਸਟੇਟ 'ਚ ਚੇਂਜ ਹੋ ਜਾਂਦਾ ਵਾ। ਠੀਕ, ਸੋ ਇਸ ਤਰ੍ਹਾਂ ਆਪਾਂ ਪ੍ਰੈਸ਼ਰ ਦੇ ਨਾਲ ਚੀਜ਼ਾਂ ਨੂੰ ਚੇਂਜ ਕਰ ਸਕਦੇ ਹਾਂ। ਹੁਣ ਇਹਦੇ 'ਚ ਛੋਟੀਆਂ ਛੋਟੀਆਂ ਕੁਛ ਡੈਫੀਨੇਸ਼ਨਸ ਨੇ ਜਿਨ੍ਹਾਂ ਨੂੰ ਆਪਾਂ ਦੇਖਾਂਗੇ। ਇਹਦੇ 'ਚ ਇੱਕ ਕੁਐਸਚਨ ਆ, ਪਹਿਲਾਂ ਇਹ ਦੇਖੋ, when a solid melt its temperature remain the same, so what does the heat energy go, so where does the heat energy go। ਉਹਨੂੰ ਕੀ ਕਹਿ ਰਿਹਾ ਕਿ ਜਦੋਂ ਸੋਲਿਡ ਮੈਲਟ ਹੁੰਦਾ ਵਾ ਤਾਂ ਇਹਦਾ ਜਿਹੜਾ ਟੈਂਪਰੇਚਰ ਆ ਉਹ ਰਿਮੇਨ ਸੇਮ ਹੁੰਦਾ ਵਾ, ਸੋ ਉਹਦੀ ਹੀਟ ਕਿੱਥੇ ਜਾ ਰਹੀ ਹੈ, ਹੀਟ ਐਨਰਜੀ ਜੋ ਆ ਉਹ ਕਿੱਥੇ ਗਈ। ਕਿਸੇ ਵੀ ਸੋਲਿਡ, ਜਿਸ ਤਰ੍ਹਾਂ ਬਰਫ਼ ਹੀ ਲਗਾ ਲਓ, ਠੀਕ, ਸੋ ਬਰਫ਼ ਅਗਰ ਮੈਲਟ ਹੋ ਰਹੀ ਆ ਤਾਂ ਜਦੋਂ ਮੈਲਟ ਹੁੰਦੀ ਨਾ ਤਾਂ ਜਿੰਨਾ ਟੈਂਪਰੇਚਰ ਹੁੰਦਾ ਵਾ, ਅਗਰ ਮੈਲਟ ਕੀਤਾ ਹੋਊਗਾ ਤਾਂ ਪਾਣੀ ਓਨਾ ਹੀ ਠੰਡਾ ਤੁਹਾਨੂੰ ਲੱਗੂਗਾ ਜਿੰਨੀ ਠੰਡੀ ਉਹ ਬਰਫ਼ ਸੀ। ਸੋ ਜਾਂ ਤਾਂ ਇਸ ਤਰ੍ਹਾਂ ਕਹਿ ਲਓ, ਜਾਂ ਇਸ ਤਰ੍ਹਾਂ ਕਹਿ ਲਓ ਕਿ ਕਿਸੇ ਸੋਲਿਡ ਨੂੰ ਤੁਸੀਂ ਥੋੜ੍ਹਾ ਜਿਹਾ ਹੀਟ ਅਪ ਕਰਕੇ ਮੈਲਟ ਕੀਤਾ ਤਾਂ ਉਹਦਾ ਜੋ ਟੈਂਪਰੇਚਰ ਆ ਉਹ ਕੀ ਆ, ਉਹ ਸੇਮ ਆ। ਵੈਨ ਅ ਸੋਲਿਡ ਮੈਲਟ ਇਟਸ ਟੈਂਪਰੇਚਰ ਰਿਮੇਨ ਦਾ ਸੇਮ, ਸੋ ਵੇਅਰ ਡਜ਼ ਦਾ ਹੀਟ ਐਨਰਜੀ ਗੋਜ਼। ਸੋ ਦੇਖੋ ਇਹਦਾ ਆਨਸਰ ਕੀ ਕਹਿ ਰਿਹਾ ਉਹ, ਯੂ ਮਸਟ ਹੈਵ ਓਬਜ਼ਰਵਡ ਡਿਊਰਿੰਗ ਦ ਐਕਸਪੈਰੀਮੈਂਟ ਆਫ ਮੈਲਟਿੰਗ that the temperature of the system does not change after the melting point is reached till all the ice melt. This happen even though we continue to heat the beaker. This is what we continue to supply heat. This heat get used up in the changing the state by overcoming the forces of attraction between the particles. As the heat energy is absorbed by the ice without showing any rise in temperature, it is considered that it gets hidden into the content of beaker and is known as latent heat. The word latent means hidden. The amount of heat energy that is required to change 1 kg of the solid into the liquid at a room atmospheric pressure at its melting point is known as latent heat of fusion. ਸੋ ਇੱਥੇ ਸਭ ਤੋਂ ਪਹਿਲਾਂ ਤਾਂ ਲੇਟੈਂਟ ਹੀਟ ਕਿਹੜੀ ਹੁੰਦੀ ਹੈ, ਲੇਟੈਂਟ ਦਾ ਮਤਲਬ ਹੁੰਦਾ ਹਿਡਨ। ਓਕੇ, ਸੋ ਹਿਡਨ ਹੀਟ ਆ ਜੋ ਉਹਦੀ ਡੈਫੀਨੇਸ਼ਨ ਕੀ ਹੈ ਲੇਟੈਂਟ ਹੀਟ ਦੀ, the amount of heat energy that required to change 1 kg of solid into the liquid of atmospheric pressure at melting point is known as latent heat of fusion। ਸੋ ਹੁਣ ਇਸ ਹੀਟ ਐਨਰਜੀ ਨੂੰ ਸਮਝੋ ਕਿ ਇਹਦੇ ਬਾਰੇ ਉਹ ਕਹਿਣਾ ਕੀ ਚਾਹੁੰਦਾ ਵਾ। ਅਗਰ ਤੁਸੀਂ ਕੋਈ 1 kg ਕੋਈ ਸੋਲਿਡ ਚੀਜ਼ ਲੈ ਲਈ, ਕੋਈ ਵੀ ਐਸੀ ਸੋਲਿਡ ਚੀਜ਼ ਜਿਹਨੂੰ ਤੁਸੀਂ ਕੀ ਕਰਨਾ ਵਾ, ਮੈਲਟ ਕਰਨਾ ਵਾ, ਸੋ ਉਹਨੂੰ ਮੈਲਟ ਕਰਨ ਲਈ ਜੋ ਐਨਰਜੀ ਲੱਗ ਰਹੀ ਹੈ ਐਟਮੋਸਫੇਰਿਕ ਪ੍ਰੈਸ਼ਰ ਹੁੰਦਾ ਕਿ ਜੋ ਨੋਰਮਲ ਕੰਡੀਸ਼ਨ ਆ ਬਿਲਕੁਲ, ਸੋ ਉਹ ਜਦੋਂ ਮੈਲਟਿੰਗ ਪੁਆਇੰਟ 'ਤੇ ਆਉਂਦਾ ਵਾ, ਤੁਸੀਂ ਨੋਰਮਲ ਹੀਟ ਲਗਾਈ, ਉਹ ਮੈਲਟ ਹੋ ਗਿਆ, ਸੋ ਜਿਹੜੀ ਉਹਦੇ 'ਚ ਐਨਰਜੀ ਲੱਗੀ ਦੈਟ ਇਜ਼ ਕਾਲਡ ਦਾ ਲੇਟੈਂਟ ਹੀਟ। So the particle in the water at 0 degree have more energy as compared to the particle in the ice at the same temperature. So ਹੁਣ ਉਹ ਕੀ ਕਹਿ ਰਿਹਾ ਵਾ ਕਿ ਜੋ ਪਾਰਟੀਕਲ ਆ ਵਾਟਰ ਦੇ 0 ਡਿਗਰੀ ਸੈਲਸੀਅਸ 'ਤੇ ਉਹਨਾਂ ਦੀ ਐਨਰਜੀ ਜ਼ਿਆਦਾ ਹੋਊਗੀ ਬਜਾਏ ਕਿ ਜੋ ਪਾਰਟੀਕਲ ਆਈਸ ਦੇ ਹੋਣਗੇ ਐਟ ਸੇਮ ਟੈਂਪਰੇਚਰ। ਓਕੇ, ਸੋ ਇਸ ਚੀਜ਼ ਨੂੰ ਇਸ ਤਰ੍ਹਾਂ ਸਮਝੋ ਕਿ ਅਗਰ ਕੋਈ ਚੀਜ਼ ਸਟੇਟ ਚੇਂਜ ਕਰ ਰਹੀ ਆ, ਠੀਕ, ਤਾਂ ਉਹਦੇ ਉੱਤੇ ਜਿਹੜੀ ਆਪਣੀ ਐਨਰਜੀ ਲੱਗ ਰਹੀ ਆ ਉਹ ਐਨਰਜੀ ਕਿਸ ਤਰ੍ਹਾਂ ਵਾ ਇਹਦੇ 'ਚ ਦੱਸ ਰਿਹਾ ਵਾ ਉਹ ਕਿ ਉਹ ਜੋ ਐਨਰਜੀ ਆ, ਸੋ ਜੋ ਪਾਰਟੀਕਲ ਆ ਵਾਟਰ ਦੇ ਐਟ 0 ਡਿਗਰੀ 'ਤੇ ਉਹਦੀ ਐਨਰਜੀ ਆਈਸ, ਅਗਰ 0 ਡਿਗਰੀ ਟੈਂਪਰੇਚਰ 'ਤੇ ਆਪਾਂ ਆਈਸ ਦੀ ਗੱਲ ਕਰਾਂਗੇ ਤਾਂ ਉਹਦੇ ਪਾਰਟੀਕਲਸ ਤੋਂ ਜ਼ਿਆਦਾ ਹੋਊਗੀ। ਓਕੇ, ਵੈਨ ਵੀ ਸਪਲਾਈ ਹੀਟ ਐਨਰਜੀ ਟੂ ਵਾਟਰ ਦ ਪਾਰਟੀਕਲ ਸਟਾਰਟ ਮੂਵਿੰਗ ਈਵਨ ਫਾਸਟ। ਹੁਣ ਕੀ ਕਰ ਰਿਹਾ ਇਹ, ਅਗਰ ਆਪਾਂ ਹੀਟ ਐਨਰਜੀ ਵਾਟਰ ਨੂੰ ਦੇ ਰਹੇ ਹਾਂ ਤਾਂ ਕੀ ਹੋ ਰਿਹਾ, ਉਹਦੇ ਪਾਰਟੀਕਲਸ ਹੋਰ ਫਾਸਟਲੀ ਜੋ ਆ ਮੂਵ ਕਰਨਾ ਸ਼ੁਰੂ ਕਰ ਦਿੰਦੇ। ਕਦੀ ਵਾਟਰ ਨੂੰ ਤੁਸੀਂ ਗਰਮ ਕੀਤਾ ਹੋਵੇ, ਤੁਹਾਨੂੰ ਪਤਾ ਹੋਊਗਾ ਕਿ ਇੱਕ ਟਾਈਮ 'ਤੇ ਆ ਕੇ ਉਬਲਣਾ ਸ਼ੁਰੂ ਹੋ ਜਾਂਦਾ। ਉਬਲਣਾ ਐਕਚੁਅਲੀ 'ਚ ਕੀ ਆ, ਉਹਦੇ ਪਾਰਟੀਕਲਸ ਮੂਵ ਕਰ ਰਹੇ ਹੁੰਦੇ ਆ, ਨੀਚੇ ਵਾਲੇ ਉੱਪਰ, ਉੱਪਰ ਵਾਲੇ ਨੀਚੇ, ਇਸ ਤਰ੍ਹਾਂ ਇੱਕ ਸਾਈਕਲ ਚੱਲਦਾ ਕੰਟੀਨਿਊਸਲੀ। ਓਕੇ, ਠੀਕ, ਸੋ ਸੇਮ ਹੀ ਗੱਲ ਇਹਦੇ 'ਚ ਕਹਿ ਰਿਹਾ ਵਾ। ਠੀਕ, ਉਸ ਤੋਂ ਬਾਅਦ ਕੀ ਹੈ, ਦ ਵਾਟਰ ਟੈਂਪਰੇਚਰ ਆਫ, ਸੋ ਥਿਊਰੀ ਪਾਰਟ ਨੂੰ ਮੈਂ ਥੋੜ੍ਹਾ ਜਿਹਾ ਹੁਣ ਸਕਿਪ ਕਰ ਰਿਹਾ ਵਾਂ, ਅੱਗੇ ਆਪਾਂ ਜੋ ਮੇਨ ਗੱਲ ਆ ਇਸ ਟੋਪਿਕ ਦੇ ਵਿੱਚ ਉਹਨੂੰ ਦੇਖਦੇ ਹਾਂ। ਸੋ ਸੋਲਿਡ ਸਟੇਟ, ਲਿਕੁਇਡ ਸਟੇਟ ਐਂਡ ਗੈਸੀਅਸ ਸਟੇਟ, ਕਿਸ ਤਰ੍ਹਾਂ ਆਪਾਂ ਇਸ ਸਟੇਟ ਨੂੰ ਅਚੀਵ ਕਰਦੇ ਹਾਂ। ਅਗਰ ਸੋਲਿਡ ਤੋਂ ਆਪਾਂ ਗੈਸੀਅਸ ਸਟੇਟ ਤੱਕ ਜਾਣਾ ਤਾਂ ਉਹਦੇ 'ਚ ਇੱਕ ਲਿਕੁਇਡ ਸਟੇਟ ਆਉਂਦੀ ਹੈ।
ਸੋ ਸੋਲਿਡ ਟੂ ਲਿਕੁਇਡ ਟੂ ਗੈਸ ਸਟੇਟ 'ਚ ਜਾਣ ਲਈ ਆਪਾਂ ਨੂੰ ਕੀ ਕਰਨਾ ਪੈਂਦਾ ਵਾ, ਹੀਟ ਕਰਨਾ ਪੈਂਦਾ ਵਾ। ਸੋਲਿਡ ਨੂੰ ਹੀਟ ਕਰਾਂਗੇ ਲਿਕੁਇਡ ਬਣੂਗਾ, ਲਿਕੁਇਡ ਨੂੰ ਹੀਟ ਕਰਾਂਗੇ ਤਾਂ ਉਹ ਨੈਕਸਟ ਗੈਸੀਅਸ ਸਟੇਟ 'ਚ ਜਾਊਗਾ। ਹੁਣ ਇਸ ਤੋਂ ਅਗਰ ਆਪਾਂ ਉਲਟਾ ਕਰਨਾ ਵਾ, ਗੈਸੀਅਸ ਸਟੇਟ ਨੂੰ ਸੋਲਿਡ ਸਟੇਟ ਬਣਾਉਣਾ ਵਾ ਤਾਂ ਕਿਸ ਤਰ੍ਹਾਂ ਬਣਾਵਾਂਗੇ, ਪਹਿਲਾਂ ਗੈਸੀਅਸ ਨੂੰ ਕੂਲ ਕਰਾਂਗੇ ਤਾਂ ਉਹ ਲਿਕੁਇਡ ਸਟੇਟ 'ਤੇ ਆਊਗਾ, ਲਿਕੁਇਡ ਸਟੇਟ ਨੂੰ ਕੂਲ ਕਰਾਂਗੇ ਤਾਂ ਉਹ ਸੋਲਿਡ ਸਟੇਟ 'ਤੇ ਜਾਊਗਾ। ਓਕੇ, ਸੋ ਨੈਕਸਟ ਅਗੇਨ ਇੱਕ ਛੋਟੀ ਜਿਹੀ ਡੈਫੀਨੇਸ਼ਨ ਆ ਐਂਡ ਇਟ ਇਜ਼ ਅ ਡੈਫੀਨੇਸ਼ਨ ਆਫ ਸਬਲੀਮੇਸ਼ਨ। ਇਹਦੇ 'ਚ ਕੀ ਆ, ਅ ਚੇਂਜ ਆਫ ਅ ਸਟੇਟ ਡਾਇਰੈਕਟਲੀ ਫਰੋਮ ਸੋਲਿਡ ਟੂ ਗੈਸ। ਦੇਖੋ ਇਸ ਤੋਂ ਪਹਿਲਾਂ ਆਪਾਂ ਚਾਰਟ 'ਚ ਕੀ ਦੇਖਿਆ ਸੀਗਾ ਕਿ ਸੋਲਿਡ ਲਿਕੁਇਡ ਦੈਨ ਗੈਸੀਅਸ ਸਟੇਟ ਆਉਂਦੀ ਹੈ, ਬਟ ਅਗਰ ਕੋਈ ਸੋਲਿਡ ਉਹ ਕਹਿ ਰਿਹਾ ਵਾ ਡਾਇਰੈਕਟਲੀ ਗੈਸੀਅਸ ਸਟੇਟ 'ਚ ਆ ਜਾਵੇ ਬਿਨਾਂ ਲਿਕੁਇਡ ਸਟੇਟ ਦੇ ਵਿੱਚ ਆਏ ਤਾਂ ਉਹਨੂੰ ਆਪਾਂ ਕੀ ਕਹਿੰਦੇ ਆ, ਸਬਲੀਮੇਸ਼ਨ। ਔਰ ਇਸ ਸਬਲੀਮੇਸ਼ਨ ਦੀ ਐਗਜ਼ਾਮਪਲ ਕੀ ਆ, ਅਮੋਨੀਅਮ ਕਲੋਰਾਈਡ। ਅਗਰ ਅਮੋਨੀਅਮ ਕਲੋਰਾਈਡ ਦੇ ਸੋਲਿਡ ਨੂੰ ਤੁਸੀਂ ਗਰਮ ਕਰਦੇ ਹੋ ਨਾ ਤਾਂ ਇਹ ਡਾਇਰੈਕਟਲੀ ਕੀ ਹੈ, ਗੈਸੀਅਸ ਸਟੇਟ 'ਚ ਚੇਂਜ। ਐਂਡ ਇਸ ਤੋਂ ਓਪੋਜ਼ਿਟ ਦੂਸਰਾ ਕੀ ਆ, ਡਿਪੋਜੀਸ਼ਨ। ਡਿਪੋਜੀਸ਼ਨ ਆਪਾਂ ਕਿਹਨੂੰ ਕਹਿੰਦੇ ਆ, ਦ ਡਾਇਰੈਕਟਲੀ ਚੇਂਜ ਆਫ ਗੈਸ ਟੂ ਦ ਸੋਲਿਡ ਵਿਦਾਊਟ ਚੇਂਜਿੰਗ ਇਨਟੂ ਲਿਕੁਇਡ ਇਜ਼ ਕਾਲਡ ਡਿਪੋਜੀਸ਼ਨ। ਓਕੇ, ਹੁਣ ਅਗਰ ਕੋਈ ਗੈਸੀਅਸ ਸਟੇਟ ਬਿਨਾਂ ਲਿਕੁਇਡ ਸਟੇਟ 'ਚ ਆਏ ਡਾਇਰੈਕਟਲੀ ਸੋਲਿਡ ਬਣ ਜਾਵੇ ਤਾਂ ਉਹਨੂੰ ਆਪਾਂ ਕੀ ਕਹਿੰਦੇ ਆ, ਉਹ ਡਿਪੋਜੀਸ਼ਨ। ਸੋ ਇਸ ਤੋਂ ਬਾਅਦ ਨੈਕਸਟ ਦ ਚੇਂਜ ਆਫ ਪ੍ਰੈਸ਼ਰ ਆ। ਪ੍ਰੈਸ਼ਰ ਬਾਰੇ ਮੈਂ ਦੱਸ ਚੁੱਕਾ ਵਾਂ। ਪ੍ਰੈਸ਼ਰ ਦੇ ਵਿੱਚ ਦੇਖੋ ਕਿਸ ਤਰ੍ਹਾਂ ਚੱਲਦਾ ਵਾ, ਪ੍ਰੈਸ਼ਰ 'ਚ ਵੀ ਸੇਮ ਆ। ਅਗਰ ਗੈਸੀਅਸ ਸਟੇਟ ਨੂੰ ਆਪਾਂ ਪ੍ਰੈਸ਼ਰਾਈਜ਼ ਕਰਦੇ ਹਾਂ ਤਾਂ ਕੀ ਹੁੰਦਾ ਵਾ, ਲਿਕੁਇਡ ਸਟੇਟ 'ਚ ਜਾਂਦਾ ਵਾ। ਲਿਕੁਇਡ ਸਟੇਟ ਨੂੰ ਅਗਰ ਆਪਾਂ ਪ੍ਰੈਸ਼ਰਾਈਜ਼ ਕਰ ਦਈਏ ਜਾਂ ਤਾਂ ਟੈਂਪਰੇਚਰ ਡਾਊਨ ਕਰ ਦਈਏ ਤਾਂ ਉਹਨੂੰ ਆਪਾਂ ਸੋਲਿਡ ਸਟੇਟ 'ਚ ਚੇਂਜ ਕਰ ਸਕਦੇ ਹਾਂ। ਸੋ ਦਿਸ ਇਜ਼ ਅਬਾਊਟ ਕਿ ਮੈਟਰ ਆਪਣੀ ਸਟੇਟ ਚੇਂਜ ਕਰ ਸਕਦਾ ਵਾ, ਤਾਂ ਉਹਦੇ ਬਾਰੇ ਆਪਾਂ ਇਹਦੇ 'ਚ ਦੱਸ ਦਿੱਤਾ। ਹੁਣ ਜੋ ਨੈਕਸਟ ਟੌਪਿਕ ਆਪਣੇ ਕੋਲ ਆਉਂਦਾ ਵਾ ਦੈਟ ਇਜ਼ ਇਵੈਪੋਰੇਸ਼ਨ। ਬਹੁਤ ਇੰਪੋਰਟੈਂਟ ਟੌਪਿਕ ਆ ਇਵੈਪੋਰੇਸ਼ਨ। ਓਕੇ, ਔਰ ਬਹੁਤ ਸਾਰੇ ਜੋ ਰੀਜ਼ਨਿੰਗ ਕੁਐਸਚਨ ਨੇ ਉਹ ਇਹਦੇ ਉੱਤੇ ਡਿਪੈਂਡ ਕਰਦੇ ਨੇ ਇਸ ਵਰਡ ਇਵੈਪੋਰੇਸ਼ਨ 'ਤੇ। ਸੋ ਇਵੈਪੋਰੇਸ਼ਨ ਦੀ ਡੈਫੀਨੇਸ਼ਨ ਕੀ ਹੈ, ਦ ਫਿਨੋਮੀਨਨ of the change of liquid into vapor at any temperature below its boiling point is called evaporation। ਹੁਣ ਦੇਖੋ boiling and evaporation 'ਚ ਥੋੜ੍ਹਾ ਜਿਹਾ ਫਰਕ ਹੈ। boiling ਲਈ ਤੁਹਾਨੂੰ ਟੈਂਪਰੇਚਰ ਲਗਾਉਣਾ ਪੈਣਾ ਹਾਇਰ ਐਂਡ ਹਾਇਰ। ਅਗਰ ਮੈਂ ਵਾਟਰ ਨੂੰ ਕਹਿ ਰਿਹਾ ਬੋਇਲ ਕਰਨ ਨੂੰ, ਤੁਹਾਨੂੰ ਜੋ ਮਿਨੀਮਮ ਟੈਂਪਰੇਚਰ ਲਗਾਉਣਾ ਪੈਣਾ ਉਹ 100 ਡਿਗਰੀ ਪਲੱਸ ਹੀ ਲਗਾਉਣਾ ਪੈਣਾ। ਉਹਦੇ 'ਤੇ ਕੀ ਹੋਊਗਾ ਕਿ ਵਾਟਰ ਜੋ ਬੋਇਲ ਕਰਨਾ ਸ਼ੁਰੂ ਕਰ ਦੂਗਾ। ਬਟ ਹੁਣ ਗਰਮੀਆਂ ਨੇ ਜਿਸ ਤਰ੍ਹਾਂ ਚੱਲ ਰਹੀਆਂ, ਸੋ ਬਾਹਰ ਅਗਰ ਤੁਸੀਂ ਪਾਣੀ ਰੱਖਿਆ ਉਹ ਥੋੜ੍ਹੇ ਟਾਈਮ ਬਾਅਦ ਗਾਇਬ ਹੋ ਗਿਆ, ਤਾਂ ਇਹ ਨਹੀਂ ਹੈ ਕਿ ਬਾਹਰ ਟੈਂਪਰੇਚਰ 100 ਡਿਗਰੀ ਸੈਲਸੀਅਸ ਚਲਾ ਗਿਆ। ਨਹੀਂ, ਜੋ ਵਾਟਰ ਇਵੈਪੋਰੇਟ ਹੋ ਰਿਹਾ ਉਹਦੇ ਪਿੱਛੇ ਜੋ ਵੇਪਰ 'ਚ ਜਾ ਰਿਹਾ ਉਹਦੇ ਪਿੱਛੇ ਦਾ ਜੋ ਰੀਜ਼ਨ ਆ ਉਹ ਆ ਇਵੈਪੋਰੇਸ਼ਨ। ਸੋ ਇਵੈਪੋਰੇਸ਼ਨ ਕੀ ਆ ਕਿ ਕਿਸੇ ਵੀ ਲਿਕੁਇਡ ਦਾ ਗੈਸੀਅਸ ਸਟੇਟ 'ਚ ਕਨਵਰਟ ਹੋਣਾ, ਬਟ ਉਹਦੇ ਬੋਇਲਿੰਗ ਪੁਆਇੰਟ ਤੋਂ ਨੀਚੇ ਵਾਲੇ ਟੈਂਪਰੇਚਰ 'ਤੇ ਵੀ ਉਹਦਾ ਹੋਇਆ। ਜਿਸ ਤਰ੍ਹਾਂ ਅਗਰ ਬਾਹਰ ਤੁਸੀਂ ਪਾਣੀ ਰੱਖਿਆ ਵਾ ਜਾਂ ਤੁਹਾਡੇ ਕੱਪੜੇ ਧੋਤੇ ਹੋਏ ਗਿੱਲੇ ਕੱਪੜੇ ਆ, ਉਹ ਥੋੜ੍ਹੇ ਟਾਈਮ ਬਾਅਦ ਸੁੱਕ ਜਾਂਦੇ, ਉਹ ਪਾਣੀ ਕਿੱਥੇ ਚਲਾ ਗਿਆ ਸਾਰਾ, ਉਹ ਸਾਰਾ ਪਾਣੀ ਕੀ ਹੋ ਗਿਆ, ਇਵੈਪੋਰੇਟ ਹੋ ਗਿਆ। ਨੋਰਮਲੀ ਵੀ ਅਗਰ ਤੁਸੀਂ ਕਿਸੇ ਵੀ ਯੂਟੈਂਸਿਲ 'ਚ ਕਿਸੇ ਬਰਤਨ 'ਚ ਪਾਣੀ ਪਾ ਕੇ ਰੱਖ ਦਿਓ ਥੋੜ੍ਹੇ ਦਿਨ, ਤਾਂ ਉਹ ਆਪਣੇ ਆਪ ਪਾਣੀ ਘਟਣਾ ਸ਼ੁਰੂ ਹੋ ਜਾਂਦਾ। ਉਹਦੇ ਪਿੱਛੇ ਰੀਜ਼ਨ ਕੀ ਹੈ, ਰੀਜ਼ਨ ਆ ਇਵੈਪੋਰੇਸ਼ਨ। ਹੋਰ ਵੀ ਬਹੁਤ ਸਾਰੇ ਕੌਨਸੈਪਟਸ ਨੇ ਜਿਨ੍ਹਾਂ ਨੂੰ ਆਪਾਂ ਫਰਦਰ ਸਟੱਡੀ। ਸੋ ਨੈਕਸਟ ਜੋ ਟੌਪਿਕ ਹੈ ਦੈਟ ਇਜ਼ ਫੈਕਟਰ ਅਫੈਕਟਿੰਗ ਇਵੈਪੋਰੇਸ਼ਨ। ਸੋ ਇਵੈਪੋਰੇਸ਼ਨ ਨੂੰ ਕਿਹੜੇ ਫੈਕਟਰ ਨੇ ਜੋ ਅਫੈਕਟ ਕਰਦੇ ਨੇ। ਓਕੇ, ਸੋ ਇਹ ਪੁਆਇੰਟ ਨੇ, ਇਹਨਾਂ ਨੂੰ ਤੁਸੀਂ ਯਾਦ ਰੱਖਣਾ ਵਾ, ਹੋ ਸਕੇ ਤਾਂ ਇਹਨੂੰ ਨੋਟ ਡਾਊਨ ਵੀ ਕਰ ਲਓ। ਸਭ ਤੋਂ ਪਹਿਲਾਂ ਕੀ ਆਉਂਦਾ ਇਹਦੇ 'ਚ, ਕਿਸੇ ਵੀ ਇਵੈਪੋਰੇਸ਼ਨ ਦਾ ਜੋ ਰੇਟ ਆਫ ਇਵੈਪੋਰੇਸ਼ਨ ਆ ਉਹਨੂੰ ਇਨਕਰੀਜ਼ ਕਰਨ ਲਈ ਐਂਡ ਇਨਕਰੀਜ਼ ਆਫ ਸਰਫੇਸ ਏਰੀਆ। ਸਰਫੇਸ ਏਰੀਆ ਕੀ ਹੁੰਦਾ ਵਾ, ਅਗਰ ਤੁਹਾਡੇ ਕੋਲ ਕੋਈ ਵੀ ਚੀਜ਼ ਆ, ਫੋਰ ਐਗਜ਼ਾਮਪਲ ਤੁਹਾਡੇ ਕੋਲ ਇਸ ਟਾਈਮ ਤੁਸੀਂ ਇਸ ਮੋਬਾਈਲ 'ਤੇ ਵੀਡੀਓ ਦੇਖ ਰਹੇ ਹੋ, ਠੀਕ ਹੈ। ਸੋ ਜੋ ਇਹਦੀ ਸਕਰੀਨ ਦਾ ਫਰੰਟ ਪਾਰਟ ਹੈ ਨਾ, ਉਹ ਫਰੰਟ ਪਾਰਟ ਕੀ ਹੈ ਇਹਦਾ, ਸਰਫੇਸ ਏਰੀਆ। ਠੀਕ, ਇਸੇ ਤਰ੍ਹਾਂ ਕਿਸੇ ਵੀ ਚੀਜ਼ ਦਾ ਉੱਪਰ ਟੋਪੋਗ੍ਰਾਫੀ ਹੁੰਦੀ ਨਾ, ਜਿਹੜਾ ਉੱਪਰ ਵਾਲਾ ਪੋਰਸ਼ਨ ਹੁੰਦਾ ਜੋ ਐਕਸਪੋਜ਼ ਹੋ ਰਿਹਾ ਵਾ, ਉਹਨੂੰ ਆਪਾਂ ਉਹਦਾ ਕਹਿੰਦੇ ਹਾਂ ਸਰਫੇਸ ਏਰੀਆ। ਸੋ ਕਿਸੇ ਵੀ ਚੀਜ਼ ਦਾ ਜਿੰਨਾ ਜ਼ਿਆਦਾ ਸਰਫੇਸ ਏਰੀਆ ਹੋਊਗਾ ਉਨੀ ਹੀ ਜ਼ਿਆਦਾ ਇਵੈਪੋਰੇਸ਼ਨ ਹੋਊਗੀ। ਓਕੇ, ਹੁਣ ਇਹਦੀ ਕਾਮਨ ਜਿਹੀ ਐਗਜ਼ਾਮਪਲ ਤੁਹਾਨੂੰ ਦੱਸਦਾ ਵਾਂ। ਤੁਸੀਂ ਘਰ 'ਚ ਚਾਹ ਜਾਂ ਦੁੱਧ ਪੀ ਰਹੇ ਹੋ, ਠੀਕ ਹੈ, ਬਹੁਤ ਜ਼ਿਆਦਾ ਗਰਮ, ਤਾਂ ਤੁਸੀਂ ਉਹਨੂੰ ਕੀ ਕਰਦੇ ਹੋ, ਤੁਸੀਂ ਉਹਨੂੰ ਇੱਕ ਵੱਡੇ ਭਾਂਡੇ 'ਚ ਪਾਉਣ ਦੀ ਕੋਸ਼ਿਸ਼ ਕਰਦੇ ਹੋ। ਕੋਈ ਕੋਲੀ ਲੈ ਲਓਗੇ ਜਾਂ ਬਾਟੀ ਲੈ ਲਓਗੇ, ਉਹਦੇ 'ਚ ਪਾਓਗੇ। ਰੀਜ਼ਨ ਕੀ ਹੈ, ਗਲਾਸ 'ਚ ਕਿਉਂ ਨਹੀਂ ਰੱਖਿਆ ਉਹਨੂੰ, ਰੀਜ਼ਨ ਇਹੀ ਹੈ ਕਿ ਤੁਸੀਂ ਇਵੈਪੋਰੇਟ ਕਰ ਰਹੇ ਹੋ ਉਹਦੇ ਉੱਪਰ ਵਾਲੇ ਸਰਫੇਸ ਨੂੰ। ਸੋ ਤੁਸੀਂ ਕੀ ਕੀਤਾ, ਕਿਸੇ ਕੋਲੀ ਜਾਂ ਬਾਟੀ ਨੂੰ ਜਦੋਂ ਯੂਜ਼ ਕਰ ਰਹੇ ਹੋ ਉਹਦਾ ਸਰਫੇਸ ਏਰੀਆ ਬਹੁਤ ਜ਼ਿਆਦਾ ਹੋ ਗਿਆ, ਉਹ ਚੀਜ਼ ਛੇਤੀ ਠੰਡੀ ਹੋ ਜੂਗੀ। ਓਕੇ,
ਇਸੇ ਤਰ੍ਹਾਂ ਆਪਾਂ ਥਾਲੀ ਦਾ ਯੂਜ਼ ਕਰਦੇ ਹਾਂ, ਕੋਈ ਹੋਰ ਚੀਜ਼ ਖਾਣ ਨੂੰ ਪਾਣ ਲਈ ਆਪਾਂ ਉਹੀ ਚੀਜ਼ਾਂ ਨੂੰ ਯੂਜ਼ ਕਰਦੇ ਹਾਂ। ਐਕਚੁਅਲੀ 'ਚ ਉਹ ਚੀਜ਼ਾਂ ਠੰਡੀਆਂ ਕਿਸ ਤਰ੍ਹਾਂ ਹੋ ਰਹੀਆਂ ਵਾ, ਕੋਈ ਤੁਸੀਂ ਤਾਂ ਨਹੀਂ ਉਹਨੂੰ ਫਰਿੱਜ 'ਚ ਤਾਂ ਨਹੀਂ ਰੱਖਤਾ ਠੰਡਾ ਕਰਨ ਲਈ, ਉਹਨੂੰ ਤੁਸੀਂ ਕੀ ਕਰ ਰਹੇ ਹੋ, ਉਹਦਾ ਸਰਫੇਸ ਏਰੀਆ ਇਨਕਰੀਜ਼ ਕਰ ਰਹੇ ਹੋ ਤਾਂ ਕਿ ਜੋ ਇਵੈਪੋਰੇਸ਼ਨ ਆ ਉਹ ਵੱਡੇ ਲੈਵਲ 'ਤੇ ਹੋ ਸਕੇ। ਓਕੇ, ਸੋ ਨੈਕਸਟ ਕੀ ਹੈ, ਇਨਕਰੀਜ਼ ਆਫ ਟੈਂਪਰੇਚਰ। ਸੋ ਇਹਦੇ ਲਈ ਕੀ ਹੈ, ਇਹ ਤਾਂ ਇੱਕ ਨੋਰਮਲ ਜੀ ਗੱਲ ਆ ਕਿ ਅਗਰ ਟੈਂਪਰੇਚਰ ਜ਼ਿਆਦਾ ਹੋਊਗਾ ਤਾਂ ਓਬਵੀਅਸ ਹੀ ਗੱਲ ਆ ਕਿ ਪਾਰਟੀਕਲਸ ਓਨਾ ਹੀ ਜ਼ਿਆਦਾ ਮੂਵ ਕਰਨਗੇ। ਜਿੰਨੀ ਜ਼ਿਆਦਾ ਉਹਨਾਂ ਕੋਲ એનર્ਜੀ ਆਊਗੀ ਕਾਈਨੈਟਿਕ ਮੂਵ ਕਰਨ ਲਈ, ਓਨਾ ਹੀ ਜ਼ਿਆਦਾ ਜੋ ਇਵੈਪੋਰੇਸ਼ਨ ਰੇਟ ਆ ਆਪਣਾ ਇਨਕਰੀਜ਼ ਕਰ ਜੂਗਾ। ਓਕੇ, ਨੈਕਸਟ ਆ ਡਿਕਰੀਜ਼ ਇਨ ਹਿਊਮਿਡਿਟੀ। ਸੋ ਹਿਊਮਿਡਿਟੀ ਕੀ ਹੁੰਦੀ ਹੈ, ਸਭ ਤੋਂ ਪਹਿਲਾਂ ਤਾਂ ਇਹ ਜਾਣ ਲਓ, ਹਿਊਮਿਡਿਟੀ ਇਜ਼ ਦਾ ਅਮਾਊਂਟ ਆਫ ਵਾਟਰ ਵੇਪਰ ਪ੍ਰੈਜ਼ੈਂਟ ਇਨ ਦਾ ਏਅਰ। ਆਪਾਂ ਸੁਣਦੇ ਬਹੁਤ ਆ ਕਿ ਹਿਊਮਸ ਬਹੁਤ ਹੋ ਗਈ, ਹਿਊਮਿਡਿਟੀ ਬਹੁਤ ਹੋ ਗਈ। ਐਕਚੁਅਲੀ 'ਚ ਹਿਊਮਿਡਿਟੀ ਕੀ ਹੈ, ਇਹ ਹੁੰਦੀ ਹੈ ਦਾ ਅਮਾਊਂਟ ਆਫ ਵਾਟਰ ਵੇਪਰ ਪ੍ਰੈਜ਼ੈਂਟ ਇਨ ਦਾ ਏਅਰ। ਏਅਰ 'ਚ ਜਿੰਨੇ ਵੀ ਭਾਫ ਦੇ ਕਣ ਨੇ, ਵਾਟਰ ਦੇ ਭਾਫ ਦੇ ਜੋ ਕਣ, ਉਹਨੂੰ ਆਪਾਂ ਉਹਦੀ ਹਿਊਮਿਡਿਟੀ ਕਹਿੰਦੇ ਹਾਂ। ਠੀਕ, the air around us cannot hold more than definite amount of water vapor at a given temperature. If the amount of water in the air is already high, the rate of evaporation decrease। ਹੁਣ ਉਹਦੇ ਪਿੱਛੇ ਰੀਜ਼ਨ ਕੀ ਹੈ ਕਿ ਇਹਦੇ ਪਿੱਛੇ ਰੀਜ਼ਨ ਇੱਕ ਸਿੰਪਲ ਆ ਕਿ ਆਪਣੀ ਸਾਰੀ ਅਰਥ ਜੋ ਉਹ ਕਵਰ ਤਾਂ ਏਅਰ ਨਾਲ ਹੀ ਹੈ। ਠੀਕ, ਏਅਰ ਦੀ ਆਪਣੀ ਇੱਕ ਲਿਮਟ ਆ ਵਾਟਰ ਡ੍ਰੋਪਲੇਟ ਨੂੰ ਹੋਲਡ ਕਰਨ ਦੀ। ਠੀਕ, ਕਿ ਉਹਨੇ ਵਾਟਰ ਡ੍ਰੋਪਲੇਟ ਇੰਨੇ ਕੁ ਹੀ ਹੋਲਡ ਕਰਨਾ। ਹਿਊਮਿਡਿਟੀ ਦੀ ਇੱਕ ਮੈਕਸਿਮਮ ਲੈਵਲ ਹੁੰਦਾ ਵਾ ਕਿ ਇਸ ਏਰੀਏ 'ਚ ਕਿ ਇੰਨੀ ਹਵਾ ਔਰ ਇੰਨਾ ਕੁ ਵਾਟਰ ਲੈਵਲ ਹੀ ਜੋ ਆ ਇਹ ਰੱਖ ਸਕਦੀ ਹੈ ਆਪਣੇ ਅੰਦਰ, ਮਤਲਬ ਜੋ ਵੇਪਰ ਪਾਰਟ ਆ ਵਾਟਰ ਦਾ। ਹੁਣ ਜਦੋਂ ਆਲਰੇਡੀ ਉਹਦੇ ਹੱਥ ਫਿਲ ਨੇ, ਯਾਨੀ ਕਿ ਏਅਰ ਦੇ ਵਿੱਚ ਜੋ ਸਪੇਸ ਸੀ ਉਹਨੇ ਆਲਰੇਡੀ ਵਾਟਰ ਡ੍ਰੋਪਲੇਟ ਨੇ ਆਕੂਪਾਈ ਕੀਤੀ ਹੋਈ ਹੈ। ਸੋ ਉਹਦੇ ਨਾਲ ਕੀ ਹੈ ਕਿ ਹੋਰ ਜ਼ਿਆਦਾ ਇਵੈਪੋਰੇਸ਼ਨ ਨਹੀਂ ਹੋਊਗੀ। ਅਗਰ ਇਵੈਪੋਰੇਸ਼ਨ ਨਹੀਂ ਹੋਊਗੀ ਤਾਂ ਮਤਲਬ ਕੀ ਹੈ, ਜੋ ਰੇਟ ਆਫ ਇਵੈਪੋਰੇਸ਼ਨ ਆ ਉਹ ਡਿਕਰੀਜ਼ ਕਰ ਜੂਗਾ। ਕਦੋਂ ਕਰਦਾ ਵਾ, ਜਦੋਂ ਹਿਊਮਿਡਿਟੀ ਜ਼ਿਆਦਾ ਹੋਊਗੀ। ਕਲੀਅਰ। So next is an increase in the wind speed. ਸੋ ਵਿੰਡ ਸਪੀਡ ਵੀ ਇਹਦੇ ਉੱਤੇ ਬਹੁਤ ਅਸਰ ਕਰਦੀ ਹੈ। ਵਿੰਡ ਸਪੀਡ ਕਿਸ ਤਰ੍ਹਾਂ ਕਰਦੀ, ਬਹੁਤ ਤੇਜ਼ ਹਵਾ ਚੱਲ ਰਹੀ ਹੈ, ਤੁਸੀਂ ਬਾਹਰ ਕੱਪੜੇ ਸੁੱਕਣੇ ਪਾਤੇ, ਕੁਛ ਵੀ ਗਿੱਲਾ ਬਾਹਰ ਸੁੱਕਣੇ ਪਾਤਾ ਤਾਂ ਉਹ ਬਹੁਤ ਜਲਦੀ ਸੁੱਕ ਜਾਂਦਾ ਵਾ। ਰੀਜ਼ਨ ਕੀ ਹੈ ਕਿ ਜੋ ਪਾਰਟੀਕਲਸ ਨੇ ਉਹ ਬਹੁਤ ਫਾਸਟਲੀ ਮੂਵ ਕਰਨਾ ਸ਼ੁਰੂ ਕਰ ਦਿੰਦੇ ਇਵੈਪੋਰੇਸ਼ਨ 'ਚ, ਔਰ ਜਿੰਨਾ ਉਹ ਫਾਸਟਲੀ ਮੂਵ ਕਰਦੇ ਆ ਉਨੀ ਛੇਤੀ ਛੇਤੀ ਉਹ ਨਿਕਲਦੇ ਰਹਿੰਦੇ ਆ, ਸਰਫੇਸ ਦੇ ਉੱਤੇ ਆਉਂਦੇ ਰਹਿੰਦੇ। ਐਕਚੁਅਲੀ 'ਚ ਕੱਪੜਿਆਂ 'ਚ ਤੁਹਾਡੇ ਕੀ ਹੁੰਦਾ ਵਾ, ਛੋਟੇ ਛੋਟੇ ਪੋਰਸ ਹੁੰਦੇ ਆ ਜੋ ਵਾਟਰ ਡ੍ਰੋਪਲੇਟ ਨੂੰ ਆਪਣੇ ਅੰਦਰ ਰੱਖਦੇ। ਹੁਣ ਜਦੋਂ ਏਅਰ ਉਹਨੂੰ ਕ੍ਰੋਸ ਕਰਕੇ ਜਾ ਰਹੀ ਹੈ ਫਾਸਟਲੀ, ਤਾਂ ਕੀ ਹੋ ਰਿਹਾ, ਉਹ ਜੋ ਡ੍ਰੋਪਲੇਟ ਨੇ ਉਹ ਵੈਪੋਰੇਟ ਹੋ ਰਹੇ ਆ ਔਰ ਉਹਨੂੰ ਏਅਰ ਹੋਰ ਫਾਸਟਲੀ ਲੈ ਕੇ ਜਾ ਰਹੀ ਹੈ ਇੱਕ ਜਗ੍ਹਾ ਤੋਂ। ਉਸ ਜਗ੍ਹਾ ਦੇ ਉੱਤੇ ਕੀ ਹੈ ਕਿ ਵਾਟਰ ਡ੍ਰੋਪਲੇਟ ਦਾ ਜੋ ਮੈਕਸਿਮਮ ਕੰਟੈਂਟ ਸੀ ਉਹ ਤਾਂ ਹਵਾ ਨਾਲ ਉੱਡ ਕੇ ਦੂਸਰੇ ਪਾਸੇ ਚਲਾ ਗਿਆ, ਔਰ ਉਸ ਜਗ੍ਹਾ 'ਤੇ ਕੀ ਹੋ ਗਿਆ, ਜੋ ਏਅਰ ਸੀਗੀ ਉਹਦੇ ਕੋਲ ਵਾਟਰ ਡ੍ਰੋਪਲੇਟ ਘੱਟ ਕੇ ਓਬਵੀਅਸ ਹੈ ਕਿ ਉੱਥੇ ਕੀ ਹੋਊਗਾ, ਹੁਣ ਇਵੈਪੋਰੇਸ਼ਨ ਫਿਰ ਤੋਂ ਸ਼ੁਰੂ ਹੋਊਗੀ। ਠੀਕ, ਸੋ ਇਹ 3-4 ਫੈਕਟਰ ਸੀਗੇ ਜੋ ਇਫੈਕਟ ਕਰਦੇ ਆ ਜਾਂ ਅਫੈਕਟ ਕਰਦੇ ਆ ਇਵੈਪੋਰੇਸ਼ਨ ਨੂੰ। ਫਸਟ ਸਰਫੇਸ ਏਰੀਆ, ਸੈਕਿੰਡ ਇਜ਼ ਟੈਂਪਰੇਚਰ, ਥਰਡ ਇਜ਼ ਹਿਊਮਿਡਿਟੀ ਐਂਡ ਫੋਰਥ ਇਜ਼ ਵਿੰਡ ਸਪੀਡ। ਸੋ ਨੈਕਸਟ ਜੋ ਰੀਜ਼ਨਿੰਗ ਇਸ ਇਵੈਪੋਰੇਸ਼ਨ ਤੋਂ ਜੋ ਟੌਪਿਕ ਹੈ ਇਵੈਪੋਰੇਸ਼ਨ ਦਾ, ਇਹਦੇ ਤੋਂ ਜੋ ਰੀਜ਼ਨਿੰਗ ਆਉਂਦੀ ਉਹਦੇ 'ਚ ਬਹੁਤ ਕੁਛ ਆਉਂਦਾ ਆਪਣੇ ਕੋਲ। ਸੋ ਫਸਟ ਇਹਦੇ 'ਚ ਜੋ ਟੌਪਿਕ ਆ ਰਿਹਾ ਇਹਦੇ ਨਾਲ ਰਿਲੇਟਡ ਹੋਆ, ਹਾਊ ਡਜ਼ ਇਵੈਪੋਰੇਸ਼ਨ ਕੋਜ਼ ਕੂਲਿੰਗ। ਸੋ ਕਹਿ ਰਿਹਾ ਕਿ ਇਵੈਪੋਰੇਸ਼ਨ ਨਾਲ ਕੂਲਿੰਗ ਕਿਸ ਤਰ੍ਹਾਂ ਹੁੰਦੀ ਹੈ। ਦੇਖੋ ਇੱਕ ਸਿੰਪਲ ਜੀ ਗੱਲ ਆ ਕਿ ਤੁਹਾਡੇ ਕੋਲ ਇੱਕ ਪ੍ਰੋਟੈਕਟਿਵ ਲੇਅਰ ਹੋਵੇ ਕਿਸੇ ਚੀਜ਼ ਦੀ। ਠੀਕ, ਹੁਣ ਤੁਹਾਡੇ ਉੱਤੇ ਜਿਸ ਤਰ੍ਹਾਂ ਮੈਂ ਕਹਿ ਰਿਹਾ ਵਾਂ ਕਿ ਤੁਹਾਨੂੰ ਬਹੁਤ ਸਰਦੀ ਲੱਗ ਰਹੀ ਹੈ। ਠੀਕ, ਤੁਸੀਂ ਕੀ ਕੀਤਾ, ਤੁਸੀਂ 3-4 ਕੱਪੜੇ ਪਾ ਲਏ। ਹੁਣ ਹੋਇਆ ਕਿ ਤੁਹਾਨੂੰ ਠੰਡ ਨਹੀਂ ਲੱਗ ਰਹੀ, ਬਟ ਇਹ ਤਾਂ ਨਹੀਂ ਹੈ ਕਿ ਠੰਡ ਹੈ ਨਹੀਂ ਗੀ, ਠੰਡ ਤਾਂ ਹੈਗੀ ਹੈ ਨਾ। ਆਖਰ ਉਹ ਠੰਡ ਕਿੱਥੇ ਲੱਗ ਰਹੀ, ਉਹ ਫਸਟ ਲੇਅਰ 'ਤੇ ਲੱਗ ਰਹੀ ਹੈ, ਸੈਕਿੰਡ ਲੇਅਰ 'ਤੇ ਲੱਗ ਰਹੀ ਹੈ, ਤੁਹਾਡੇ ਤੱਕ ਨਹੀਂ ਪਹੁੰਚ ਰਹੀ। ਸਿਮਿਲਰਲੀ ਇਵੈਪੋਰੇਸ਼ਨ ਵਾਲੇ ਕੇਸ 'ਚ ਹੁੰਦਾ ਵਾ, ਜਦੋਂ ਕਿਸੇ ਚੀਜ਼ 'ਚੋਂ ਇਵੈਪੋਰੇਸ਼ਨ ਹੋ ਰਹੀ ਹੈ ਉਹਦੇ ਨਾਲ ਕੀ ਹੋ ਰਿਹਾ ਕਿ ਜੋ ਗਰਮੀ ਉਹਦੇ 'ਤੇ ਪੈ ਰਹੀ ਸੀ, ਜੋ ਹੀਟ ਉਹਦੇ ਉੱਤੇ ਆ ਰਹੀ ਸੀ, ਉਹਨੇ ਜੋ ਫਸਟ ਲੇਅਰ ਸੀ ਨਾ ਵਾਟਰ ਡ੍ਰੋਪਲੇਟ ਦੀ ਉਹ ਉਡਾਤੀ। ਸੋ ਉਹਦੇ ਨਾਲ ਕੀ ਹੋਇਆ ਕਿ ਉਹਦੇ ਅੰਦਰ ਵਾਲਾ ਜੋ ਪਾਰਟ ਸੀ ਉਹ ਬਚ ਗਿਆ। ਸੋ ਇਹਦੀ ਸਭ ਤੋਂ ਵੱਡੀ ਜੋ ਐਗਜ਼ਾਮਪਲ ਉਹ ਆਪਣੀ ਹਿਊਮਨ ਬੋਡੀ ਹੈ ਇਵੈਪੋਰੇਸ਼ਨ ਦੀ, ਅਤੇ ਉਹ ਆਪਣੀ ਸਵੈਟਿੰਗ। ਹੁਣ ਗਰਮੀਆਂ ਚੱਲ ਰਹੀਆਂ, ਤੁਹਾਨੂੰ ਬਹੁਤ ਜ਼ਿਆਦਾ ਸਵੈਟਿੰਗ ਆਉਂਦੀ ਹੈ। ਸੋ ਇਹਦੇ ਪਿੱਛੇ ਰੀਜ਼ਨ ਕੀ ਹੈ ਕਿ ਤੁਹਾਨੂੰ ਸਵੈਟਿੰਗ ਕਿਉਂ ਜ਼ਿਆਦਾ ਆ ਰਹੀ ਹੈ। ਸੋ ਇਹਦੇ ਪਿੱਛੇ ਇੱਕ ਸਿੰਪਲ ਜਿਹਾ ਰੀਜ਼ਨ ਆ ਕਿ ਤੁਹਾਡੇ ਇਵੈਪੋਰੇਸ਼ਨ ਕਰ ਰਹੀ ਹੈ ਬੋਡੀ। ਇਵੈਪੋਰੇਸ਼ਨ ਕਿਉਂ ਕਰ ਰਹੀ ਹੈ, ਜਿੰਨਾ ਜ਼ਿਆਦਾ ਤੁਹਾਨੂੰ ਪਸੀਨਾ ਆਊਗਾ ਜਾਂ ਸਵੈਟਿੰਗ ਆਊਗੀ ਉਨਾ ਤੁਹਾਡੀ ਬੋਡੀ ਦਾ ਟੈਂਪਰੇਚਰ ਜੋ ਆ ਉਹ ਮੇਨਟੇਨ ਰਹੂਗਾ। ਓਕੇ, ਸੋ ਇਹ ਫਸਟ ਐਗਜ਼ਾਮਪਲ ਹੋ ਗਈ ਇਸ ਜੋ ਇਵੈਪੋਰੇਸ਼ਨ ਆ ਉਹਦੇ ਨਾਲ ਕੂਲਿੰਗ ਦੀ। ਠੀਕ, ਹੁਣ ਨੈਕਸਟ ਇਹਦੇ 'ਚ ਕੁਐਸਚਨ ਕੀ ਆ ਰਿਹਾ ਵਾ, ਨੈਕਸਟ ਕੁਐਸਚਨ ਆ ਰਿਹਾ, ਵਾਈ ਸ਼ੁੱਡ ਵੀ ਵੇਅਰ ਕੋਟਨ ਕਲੋਥ ਇਨ ਸਮਰ।
ਸੋ ਇਹਦੇ ਲਈ ਵੀ ਇੱਕ ਸਿੰਪਲ ਜਿਹਾ ਹੀ ਆਨਸਰ ਆ, ਸਮਰ 'ਚ ਆਪਾਂ ਕੋਟਨ ਕਲੋਥ ਕਿਉਂ ਪਾਉਂਦੇ ਹਾਂ। ਸੋ ਸਮਰ 'ਚ ਕੋਟਨ ਕਲੋਥ ਪਾਉਣ ਦਾ ਰੀਜ਼ਨ ਕੀ ਹੈ ਕਿ ਜੋ ਕੋਟਨ ਹੁੰਦਾ ਨਾ, ਇਹ ਆਪਣੀ ਬਾਡੀ ਦਾ ਜੋ ਸਵੈਟ ਹੁੰਦਾ ਨਾ ਉਹਨੂੰ ਅਬਜ਼ੋਰਬ ਕਰ ਲੈਂਦਾ। ਅਬਜ਼ੋਰਬ ਕਰ ਲੈਂਦਾ ਵਾ, ਤਾਂ ਜਦੋਂ ਬਹੁਤ ਜ਼ਿਆਦਾ ਹੀਟ ਮਤਲਬ ਬਾਹਰ ਆਪਾਂ ਜਾਂਦੇ ਗਰਮੀ ਲੱਗਦੀ ਹੈ ਤਾਂ ਕੀ ਹੁੰਦਾ ਵਾ ਕਿ ਉਹ ਸਵੈਟਿੰਗ ਨੂੰ ਇਵੈਪੋਰੇਟ ਕਰ ਦਿੰਦਾ ਵਾ। ਆਪਣੀ ਬੋਡੀ ਜਦੋਂ ਕੂਲ ਰਹਿਣ ਲਈ ਹੋਰ ਸਵੈਟ ਕੱਢਦੀ ਹੈ, ਇਹ ਫਿਰ ਸਵੈਟ ਨੂੰ ਅਬਜ਼ੋਰਬ ਕਰ ਲੈਂਦਾ ਵਾ ਔਰ ਦੁਬਾਰਾ ਉਹ ਕੀ ਕਰਦਾ ਐਟਮੋਸਫੇਅਰ 'ਚ ਉਸ ਸਵੈਟ ਨੂੰ ਇਵੈਪੋਰੇਟ ਕਰ ਦਿੰਦਾ ਵਾ। ਸੋ ਕੰਟੀਨਿਊਸਲੀ ਇਹ ਸਾਈਕਲ ਚੱਲਦਾ ਰਹਿੰਦਾ ਔਰ ਕੋਟਨ ਕਲੋਥ 'ਚ ਆਪਾਂ ਨੂੰ ਹਮੇਸ਼ਾ ਬਹੁਤ ਕੂਲ ਮਹਿਸੂਸ ਹੁੰਦਾ ਵਾ। ਸੋ ਉਹਦੇ ਨਾਲ ਕੀ ਹੈ ਕਿ ਆਪਾਂ ਨੂੰ ਗਰਮੀ ਜ਼ਿਆਦਾ ਨਹੀਂ ਫੀਲ ਹੁੰਦੀ। ਠੀਕ। ਸੋ ਨੈਕਸਟ ਕੁਐਸਚਨ ਕੀ ਹੈ, ਵਾਈ ਡੂ ਵੀ ਸੀ ਵਾਟਰ ਡ੍ਰੌਪਲੇਟ ਔਨ ਆਊਟਰ ਸਰਫੇਸ ਆਫ ਗਲਾਸ ਕੰਟੇਨਿੰਗ ਆਈਸ ਕੋਲਡ ਵਾਟਰ। ਹੁਣ ਜਰਾ ਇਮੈਜਿਨ ਨਾ ਕਰੋ, ਬਲਕਿ ਇਸ ਵੀਡੀਓ ਨੂੰ ਸੁਣਦੇ ਹੋਏ ਤੁਸੀਂ ਫ੍ਰਿਜ 'ਚੋਂ ਆਪਣੀ ਇੱਕ ਬੋਟਲ ਕੱਢੋ ਪਾਣੀ ਦੀ ਜੋ ਬਹੁਤ ਠੰਡੀ ਹੋਵੇ। ਠੀਕ। ਔਰ ਉਹਨੂੰ ਕੀ ਕਰਨਾ, ਤੁਸੀਂ ਉਹਨੂੰ ਇੱਕ ਸਟੀਲ ਦੇ ਗਲਾਸ 'ਚ ਜਾਂ ਜੋ ਵੀ ਤੁਹਾਡੇ ਕੋਲ ਗਲਾਸ ਆ ਉਹਦੇ 'ਚੋਂ ਪਾਣੀ ਪਾ ਦਿਓ। ਹੁਣ ਤੁਸੀਂ ਦੇਖੋਗੇ ਕਿ ਥੋੜ੍ਹੇ ਟਾਈਮ ਬਾਅਦ ਕੀ ਆ ਕਿ ਜੋ ਗਲਾਸ ਹੈ ਨਾ ਉਹਦੇ ਆਲੇ ਦੁਆਲੇ ਕੁਛ ਵਾਟਰ ਡ੍ਰੌਪਲੇਟ ਆ ਜਾਣਗੇ। ਠੀਕ। ਉਹ ਵਾਟਰ ਡ੍ਰੌਪਲੇਟ ਕਿਉਂ ਆਈਆਂ, ਕੁਐਸਚਨ ਇਹੀ ਹੈ। ਸੋ ਇਹਦੇ ਪਿੱਛੇ ਇੱਕ ਸਿੰਪਲ ਜਿਹਾ ਰੀਜ਼ਨ ਆ ਕਿ ਜਦੋਂ ਤੁਸੀਂ ਉਸ ਗਲਾਸ 'ਚ ਜੋ ਟੰਬਲਰ ਆ ਸਟੀਲ ਦਾ ਤੁਹਾਡਾ, ਉਹਦੇ 'ਚ ਜੋ ਤੁਸੀਂ ਉਹ ਠੰਡਾ ਪਾਣੀ ਪਾਇਆ ਨਾ, ਤਾਂ ਜੋ ਗਲਾਸ ਦੇ ਆਲਾ ਦੁਆਲਾ ਸੀ ਨਾ, ਜੋ ਉਹਦਾ ਛੋਟਾ ਜਿਹਾ ਏਰੀਆ ਸੀਗਾ ਗਲਾਸ ਦਾ, ਉਹ ਸਾਰਾ ਬਹੁਤ ਠੰਡਾ ਸੀਗਾ। ਠੰਡਾ ਉਹਨਾਂ ਕੀ ਹੋਇਆ ਕਿ ਜਦੋਂ ਏਅਰ ਉੱਥੋਂ ਦੀ ਉਹਦੇ ਗਲਾਸ ਦੇ ਕੋਲੋਂ ਗੁਜ਼ਰੀ, ਜਿਹ 'ਚ ਪਾਣੀ ਸੀ ਉਹਦੇ ਕੋਲੋਂ ਜਦੋਂ ਪਾਸ ਹੋਈ, ਤਾਂ ਏਅਰ 'ਚ ਤਾਂ ਆਪਾਂ ਨੂੰ ਪਤਾ ਹਿਊਮਿਡਿਟੀ ਹੁੰਦੀ ਹੈ, ਮਤਲਬ ਕਿ ਵਾਟਰ ਡ੍ਰੌਪਲੇਟਸ ਹੁੰਦੀਆਂ ਨੇ। ਠੀਕ। ਜਦੋਂ ਉਸ ਟੈਂਪਰੇਚਰ ਡਾਊਨ ਦੇ ਕੋਲੋਂ ਗਈ ਤਾਂ ਉਹਦਾ ਅਚਾਨਕ ਟੈਂਪਰੇਚਰ ਕੀ ਹੋ ਗਿਆ, ਡਾਊਨ ਹੋ ਗਿਆ ਏਅਰ ਦਾ। ਹੁਣ ਜਦੋਂ ਟੈਂਪਰੇਚਰ ਡਾਊਨ ਹੋ ਗਿਆ, ਜੋ ਉਹਦੇ ਅੰਦਰ ਵਾਟਰ ਡ੍ਰੌਪਲੇਟ ਸੀ ਜੋ ਐਕਚੁਅਲੀ 'ਚ ਵਾਟਰ ਹੀ ਸੀ, ਸੋ ਉਹ ਕੀ ਹੋਇਆ ਕਿ ਉਹਨੇ ਆਪਣੀ ਜੋ ਸਟੇਟ ਸੀ ਉਹ ਚੇਂਜ ਕਰ ਲਈ, ਉਹ ਲਿਕੁਇਡ ਫਾਰਮ 'ਚ ਆ ਗਿਆ ਗੈਸੀਅਸ, ਔਰ ਲਿਕੁਇਡ ਫਾਰਮ 'ਚ ਆ ਕੇ ਕਿੱਥੇ ਚਿਪਕ ਗਿਆ, ਉਹ ਸਟਿਕ ਕਰ ਗਿਆ ਗਲਾਸ ਦੇ ਸਰਫੇਸ 'ਤੇ। ਇਸ ਲਈ ਆਪਾਂ ਥੋੜ੍ਹੇ ਟਾਈਮ ਬਾਅਦ ਕੀ ਹੁੰਦਾ ਕਿ ਠੰਡਾ ਪਾਣੀ ਕਿਸੇ ਗਲਾਸ ਟੰਬਲਰ 'ਚ ਪਾਇਆ ਹੋਵੇ ਤਾਂ ਉਹਦੇ ਆਲੇ ਦੁਆਲੇ ਵਾਟਰ ਡ੍ਰੌਪਲੇਟ ਆ ਜਾਂਦੇ ਨੇ। ਉਸ ਅੰਦਰ ਵਾਲੇ ਵਾਟਰ ਦੀਆਂ ਡ੍ਰੌਪਲੇਟ ਨਹੀਂ ਆ, ਉਹ ਏਅਰ 'ਚ ਜੋ ਪ੍ਰੈਜੈਂਟ ਆ ਹਿਊਮਿਡਿਟੀ, ਉਹਦੇ ਕਰਕੇ ਉਹਦੇ ਉੱਤੇ ਉਹ ਸਾਰਾ ਕੁਝ ਆ ਰਿਹਾ। ਸੋ ਇਹੀ ਇਹਦਾ ਇੱਕ ਰੀਜ਼ਨ ਹੈ। ਠੀਕ। ਸੋ ਜੋ ਇਹਦੇ ਕੁਐਸਚਨ ਆਨਸਰ ਆ ਉਹ ਆਪਾਂ ਕਰ ਚੁੱਕੇ ਹਾਂ ਫਸਟ ਚੈਪਟਰ ਦੇ। ਕੁਛ ਇੱਕ ਥੋੜ੍ਹੀਆਂ ਜਿਹੀਆਂ ਇਹਦੇ 'ਚ ਹੋਰ ਇਨਫੋਰਮੇਸ਼ਨ ਆ। ਦੇਖੋ, ਜੋ ਆਪਾਂ 3 ਸਟੇਟ ਆਫ ਮੈਟਰ ਕੀਤੀਆਂ, ਇਹਦੇ ਨਾਲ ਐਡੀਸ਼ਨਲ 2 ਸਟੇਟ ਹੋਰ ਹੁੰਦੀਆਂ ਨੇ। ਠੀਕ। ਉਹ 2 ਸਟੇਟ ਕਿਹੜੀਆਂ ਨੇ, ਫਸਟ ਇਜ਼ ਪਲਾਜ਼ਮਾ ਐਂਡ ਸੈਕਿੰਡ ਇਜ਼ ਬੋਸ ਆਈਨਸਟਾਈਨ ਕੰਡੈਂਸੇਟ। ਸੋ ਕੰਡੈਂਸੇਟ ਕੀ ਹੈ, ਕੰਡੈਂਸੇਟ ਜੋ ਬੋਸ ਆਈਨਸਟਾਈਨ ਜੋ ਸਾਇੰਟਿਸਟ ਸੀਗੇ, ਇਹਨਾਂ ਨੇ ਮਿਲ ਕੇ ਇਹ 5th ਟਾਈਪ ਬਣਾਈ ਸੀ ਮੈਟਰ ਦੀ। ਐਂਡ ਪਲਾਜ਼ਮਾ ਇਜ਼ 4th ਟਾਈਪ। ਪਲਾਜ਼ਮਾ ਜੋ ਆਪਣਾ ਬਲੱਡ ਬਣਿਆ ਹੋਇਆ ਨਾ, ਇਹ ਵੀ ਇਸ ਪਲਾਜ਼ਮਾ ਤੋਂ ਬਣਿਆ ਜੋ ਕਿ 4th ਟਾਈਪ ਆ ਮੈਟਰ ਦੀ। ਨਾ ਤਾਂ ਇਹ ਪੂਰੀ ਤਰ੍ਹਾਂ ਲਿਕੁਇਡ ਹੁੰਦਾ, ਨਾ ਇਹ ਪੂਰੀ ਤਰ੍ਹਾਂ ਸੋਲਿਡ ਹੁੰਦਾ ਵਾ, ਉਹਨੂੰ ਆਪਾਂ ਕਹਿੰਦੇ ਪਲਾਜ਼ਮਾ। ਓਕੇ। So this is your chapter first, which is now complete, and hope all of you understand this, and thank you very much for listening me.